ਵਿਕਰਮਜੀਤ ਦੁੱਗਲ 2007 ਦੇ IPS ਅਧਿਕਾਰੀ ਹਨ। ਆਪ ਹੁਣ ਤੱਕ ਅੱਧੀ ਦਰਜਨ ਜ਼ਿਲ੍ਹਿਆਂ ਦੇ SSP ਰਹਿ ਚੁੱਕੇ ਨੇ ਤੇ ਸ਼੍ਰੀ ਅੰਮ੍ਰਿਤਸਰ ਤੇ ਪਟਿਆਲਾ ਵਿਖੇ SSP ਲੱਗਣ ਤੋਂ ਪਹਿਲਾਂ ਆਪ ਤੇਲੰਗਾਨਾ ਵਿਖੇ ਵੱਖ-ਵੱਖ ਜ਼ਿਲ੍ਹਿਆਂ 'ਚ ਤਾਇਨਾਤ ਰਹੇ ਤੇ ਪੁਲਿਸ ਕਮਿਸ਼ਨਰ ਵੀ ਬਣੇ। ਆਪਣੇ ਵਧੀਆ ਕਾਰਜਾਂ ਕਰਕੇ ਪੰਜਾਬ ਦਾ ਨਾਂ ਉੱਘਾ ਕਰਨ ਵਾਲੇ ਵਿਕਰਮਜੀਤ ਦੁੱਗਲ ਇੱਕ ਕੁਸ਼ਲ IPS ਅਧਿਕਾਰੀ ਤੋਂ ਇਲਾਵਾ ਸਾਹਿਤ ਦੇ ਪਾਠਕ, ਲੇਖਕ ਤੇ ਨਰੋਈਆਂ ਕਲਾਵਾਂ ਦੇ ਪ੍ਰਸ਼ੰਸਕ ਤੇ ਚਹੇਤੇ ਹਨ। ਸ਼੍ਰੀ ਦੁੱਗਲ ਨੂੰ ਲੋਕਾਂ ਦੇ ਦੁੱਖ ਸੁੱਖ ਹੱਲ ਕਰਕੇ ਸੁੱਖ ਮਿਲਦਾ ਹੈ ਤੇ ਉਹ ਲੋਕਾਂ ਦੀ ਸੇਵਾ ਲਈ ਤਤਪਰ ਰਹਿੰਦੇ ਹਨ। ਆਪ ਦੀ ਪਤਨੀ ਡਾਕਟਰ ਗੀਤਿੰਦਰ ਕੌਰ ਦੁੱਗਲ ਵੀ 2007 ਦੇ IRS ਅਧਿਕਾਰੀ ਹਨ। ਆਪ 2 ਬੱਚਿਆਂ ਦੇ ਬਾਪ ਨੇ। ਅੱਜ ਕੱਲ੍ਹ ਪਟਿਆਲਾ ਵਿਖੇ SSP ਵਜੋਂ ਸੇਵਾ ਨਿਭਾ ਰਹੇ ਵਿਕਰਮਜੀਤ ਦੁੱਗਲ ਲੋਕ ਸੇਵਾ ਵਿੱਚ ਜੁਟੇ ਹੋਏ ਨੇ। ਵਿਦਵਾਨਾਂ ਤੇ ਸਾਹਿਤਕਾਰਾਂ, ਕਲਾਕਾਰਾਂ ਦੀ ਹਮੇਸ਼ਾ ਹੌਸਲਾ ਅਫਜ਼ਾਈ ਕਰਨਾ, ਚੰਗੀਆਂ ਮਿਆਰੀ ਪੁਸਤਕਾਂ ਪੜ੍ਹਨਾ ਆਪ ਕਦੇ ਨਹੀਂ ਭੁੱਲਦੇ। ਨਿੱਘੇ ਤੇ ਨਿਮਰ ਸੁਭਾਅ ਦੇ ਮਾਲਕ ਵਿਕਰਮਜੀਤ ਦੁੱਗਲ ਕਲਾ ਪ੍ਰੇਮੀ ਹੋਣ ਦੇ ਨਾਲ-ਨਾਲ ਇੱਕ ਕੁਦਰਤ ਪ੍ਰੇਮੀ ਵੀ ਹਨ। ਆਪ ਨੇ ਕਈ ਅਖਬਾਰਾਂ ਲਈ ਵੱਖ-ਵੱਖ ਵਿਸ਼ਿਆਂ ਉੱਤੇ ਕਾਲਮ ਲਿਖੇ ਤੇ ਲਿਖ ਰਹੇ ਨੇ। ਸ਼੍ਰੀ ਦੁੱਗਲ ਦਾ ਕਹਿਣਾ ਹੈ ਕਿ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨਾ, ਜਾਨ ਮਾਲ ਦੀ ਰਾਖੀ ਕਰਨਾ ਤੇ ਇਨਸਾਫ ਦੇਣਾ ਪੁਲਿਸ ਦਾ ਪਹਿਲਾ ਫਰਜ਼ ਹੈ। ਹਰ ਸਮੇਂ ਆਪਣੇ ਦਫ਼ਤਰੀ ਕੰਮਾਂ ਕਾਜਾਂ 'ਚ ਰੁੱਝੇ ਹੋਏ ਤੇ ਲੋਕਾਂ ਨੂੰ ਨਿਰੰਤਰ ਮਿਲ ਕੇ ਨਾਲੋਂ ਨਾਲ ਕੰਮ ਕਰਦਿਆਂ ਉਹ ਆਪਣੇ ਅਧਿਕਾਰ ਖੇਤਰਾਂ ਦਾ ਦੌਰਾ ਵੀ ਕਰਦੇ ਨੇ। ਸ਼੍ਰੀ ਵਿਕਰਮਜੀਤ ਦੁੱਗਲ ਨਾਲ ਨਿੰਦਰ ਘੁਗਿਆਨਵੀ ਵੱਲੋਂ ਪੰਜਾਬੀ ਨੈਸ਼ਨਲ TV ਲਈ ਕੀਤੀ ਗਈ ਗੱਲਬਾਤ ਪੇਸ਼ ਹੈ। ਦੋਸਤੋ, ਨਿੰਦਰ ਘੁਗਿਆਨਵੀ ਵੱਲੋਂ ਸਤਿ ਸ਼੍ਰੀ ਅਕਾਲ ਪ੍ਰਵਾਨ ਕਰੋ ਤੇ ਪ੍ਰੋਗਰਾਮ ਹੈ ਕੋਲ ਬਹਿ ਕੇ ਸੁਣ ਸੱਜਣਾ ਪੰਜਾਬੀ ਨੈਸ਼ਨਲ TV ਤੁਸੀਂ ਦੇਖ ਰਹੇ ਹੋ ਤੇ ਅਸੀਂ ਵੱਖ-ਵੱਖ ਸ਼ਖਸੀਅਤਾਂ ਪੰਜਾਬ ਦੀਆਂ ਤੁਹਾਡੇ ਰੂਬਰੂ ਕਰਦੇ ਰਹਿੰਦੇ ਹਾਂ ਔਰ ਜਿਨ੍ਹਾਂ ਨੇ ਆਪਣੀ ਧਰਤੀ ਤੋਂ ਉੱਠ ਕੇ ਪੰਜਾਬ ਦਾ ਨਾਂ ਚਮਕਾਇਆ ਹੁੰਦਾ ਹੈ। ਔਰ ਇੱਕ ਵਿਲੱਖਣ ਸ਼ਖਸੀਅਤ ਅੱਜ ਸਾਡੇ ਨਾਲ ਮੌਜੂਦ ਹੈ ਜਿਸ ਦੀਆਂ ਪ੍ਰਾਪਤੀਆਂ ਸੁਣ ਕੇ ਮਾਣ ਮਹਿਸੂਸ ਹੁੰਦਾ ਹੈ। ਔਰ ਉਹ ਵਿਲੱਖਣ ਸ਼ਖਸੀਅਤ ਕੋਈ ਲੇਖਕ ਨਹੀਂ, ਕੋਈ ਕਲਾਕਾਰ ਨਹੀਂ, ਕੋਈ ਐਕਟਰ ਨਹੀਂ, ਕੋਈ ਸਿਆਸਤਦਾਨ ਨਹੀਂ, ਬਲਕਿ ਭਾਰਤ ਦਾ ਸਪੂਤ ਯਾਨੀ IPS ਅਫਸਰ ਜਿਹੜੇ ਕਿ ਸੇਵਾ ਕਰ ਰਹੇ ਨੇ ਬਤੌਰ SSP ਪਟਿਆਲਾ। ਮੇਰੀ ਮੁਰਾਦ ਹੈ ਸ਼੍ਰੀ ਵਿਕਰਮਜੀਤ ਦੁੱਗਲ ਤੋਂ। ਉਹਨਾਂ ਦੇ ਬਾਰੇ ਗੱਲਾਂ ਬਾਤਾਂ ਕਰਾਂਗੇ। ਦੁੱਗਲ ਸਾਹਿਬ, ਤੁਹਾਡਾ ਨਿੱਘਾ ਸਵਾਗਤ ਹੈ। ਬਹੁਤ ਬਹੁਤ ਮਿਹਰਬਾਨੀ ਜੀ। ਅੱਛਾ, ਸਭ ਤੋਂ ਪਹਿਲਾਂ ਇਹ ਹੈ ਕਿ ਜਿਹੜੀ ਤੁਹਾਡੀ ਯੂਨੀਫਾਰਮ ਹੈ ਔਰ ਤੁਹਾਡਾ ਇਹ ਟੋਪ ਹੈ, ਇਹ ਬੜੀ ਪ੍ਰਭਾਵਸ਼ਾਲੀ ਦਿੱਖ ਤੇ ਬੜਾ ਮਾਣ ਮਹਿਸੂਸ ਹੁੰਦਾ ਦੇਖ ਕੇ ਕਿ ਸਾਡੇ ਪੰਜਾਬ ਦੇ ਪੁੱਤਰ, ਸਾਡੇ ਪੰਜਾਬ ਦੀਆਂ ਧੀਆਂ ਇੰਨਾ ਨਾਮ ਚਮਕਾ ਰਹੀਆਂ। ਕੋਈ IAS ਬਣ ਰਿਹਾ, ਕੋਈ IPS ਬਣ ਰਿਹਾ, ਕੋਈ PCS ਬਣ ਰਿਹਾ, ਹੈ ਨਾ ਜੀ। ਤਾਂ ਜਦੋਂ ਤੁਸੀਂ IPS ਸਿਲੈਕਟ ਹੋਏ 2007 'ਚ, ਕਿਸ ਤਰ੍ਹਾਂ ਦੇ ਖਿਆਲ ਤੁਹਾਡੇ ਮਨ 'ਚ ਆਉਂਦੇ ਸੀ? ਦੇਖੋ, ਮੇਰੇ ਫਾਦਰ ਸਾਹਿਬ ਕਿਉਂਕਿ ਪੰਜਾਬ ਪੁਲਿਸ 'ਚ ਸੀ, ਦਾਦਾ ਜੀ ਹੋਣੇ ਵੀ ਪੰਜਾਬ ਪੁਲਿਸ 'ਚ ਸੀ। ਦਾਦਾ ਜੀ ਕਾਂਸਟੇਬਲ ਰਿਟਾਇਰ ਹੋਏ ਸੀ ਤੇ ਫਾਦਰ ਸਾਹਿਬ ASI ਰਿਟਾਇਰ ਹੋਏ ਸੀ। ਉਦੋਂ ਅਪ੍ਰੈਲ 2007 ਦੀ ਗੱਲ ਹੈ, ਫਾਦਰ ਸਾਹਿਬ ਰਿਟਾਇਰ ਹੋਏ ਸੀ ਤੇ ਮਈ ਦੇ ਵਿੱਚ ਮੇਰਾ ਰਿਜ਼ਲਟ ਆਇਆ ਸੀ। 1 ਮਹੀਨੇ ਬਾਅਦ ਹੀ ਮੇਰਾ ਰਿਜ਼ਲਟ ਆਉਣਾ ਸੀ। ਜਦੋਂ ਰਿਜ਼ਲਟ ਆਇਆ ਸੀ ਤਾਂ ਮੈਨੂੰ ਯਾਦ ਹੈ ਕਿ 2 ਘੰਟੇ ਫਾਦਰ ਸਾਹਿਬ ਤੋਂ ਗੱਲ ਨਹੀਂ ਸੀ ਹੋਈ ਕਿਉਂਕਿ ਉਹਨਾਂ ਦੀਆਂ ਅੱਖਾਂ ਸ਼ਾਇਦ ਭਰੀਆਂ ਹੋਈਆਂ ਸੀ ਤੇ ਮਦਰ ਨੇ ਮੈਨੂੰ ਕਿਹਾ ਸੀ ਕਿ ਤੇਰੇ ਪਾਪਾ ਥੋੜਾ ਇਮੋਸ਼ਨਲ ਹੋ ਗਏ, ਭਾਵੁਕ ਹੋ ਗਏ। ਉਹ ਜਿਹੜੀ ਫੀਲਿੰਗ ਸੀ ਉਹ ਖੁਸ਼ੀ ਦੀ ਫੀਲਿੰਗ ਸੀ। ਉਹਨਾਂ ਦੀਆਂ ਅੱਖਾਂ ਖੁਸ਼ੀ ਨਾਲ ਭਰੀਆਂ ਸੀ। ਉਹ ਉਸ ਫੀਲਿੰਗ ਦਾ, ਉਸ ਇਮੋਸ਼ਨ ਦਾ, ਉਸ ਭਾਵ ਦਾ ਕੋਈ ਮੈਚ ਨਹੀਂ ਹੈ। ਤਾਂ ਮੈਂ ਸਾਰੀ ਗੱਲ ਨੂੰ ਇਸੇ ਛੋਟੀ ਜਿਹੀ ਗੱਲ ਦੇ ਵਿੱਚ ਸਮੇਟਣਾ ਚਾਹੂੰਗਾ। ਔਰ ਵੱਡੀ ਗੱਲ ਹੈ, ਇੱਕ ਥਾਣੇਦਾਰ ਦਾ ਪੁੱਤਰ IPS ਅਫਸਰ ਬਣਦਾ ਹੈ, ਉਹ ਵੀ ਉਸ ਪਰਿਵਾਰ 'ਚੋਂ ਉੱਠ ਕੇ ਮੱਧ ਵਰਗੀ ਪਰਿਵਾਰ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਕੋਈ ਸਹੂਲਤਾਂ ਹੋਣ, ਫਾਰ ਐਗਜ਼ਾਮਪਲ ਕਿ ਜਿਵੇਂ ਫਾਜ਼ਿਲਕਾ ਹੁਣ ਪੈਂਦਾ, ਉਦੋਂ ਫਿਰੋਜ਼ਪੁਰ ਪੈਂਦਾ ਸੀ ਤੁਹਾਡੇ ਜੱਦੀ ਸ਼ਹਿਰ ਅਬੋਹਰ ਜੀ, ਔਰ ਉਹਨਾਂ ਬਾਰਡਰ ਦੇ ਉੱਤੇ ਪੈ ਜਾਂਦੇ ਜ਼ਿਲ੍ਹੇ, ਉਹਨਾਂ ਵੇਲਿਆਂ 'ਚ ਤੁਸੀਂ ਉੱਠੇ
ਉੱਥੇ ਪੈਦਾ ਹੋਏ, ਭਾਵੇਂ ਕੋਟ ਭਾਈ ਤੁਹਾਡਾ ਜੱਦੀ ਪਿੰਡ ਹੈ, ਜੀ। ਪਰ ਉੱਥੋਂ ਪੈਦਾ ਹੋ ਕੇ ਉੱਠ ਕੇ ਤੇ ਜਿਹੜੀ ਪੜ੍ਹਾਈ ਅਬੋਰ ਕੀਤੀ, ਜੀ। ਫਿਰ ਮੁੜ ਕੇ ਤੁਸੀਂ ਕਿੱਥੇ ਕਿੱਥੇ ਪੜ੍ਹੇ? ਦੇਖੋ, ਬੇਸਿਕ ਜਿਹੜੀ ਪੜ੍ਹਾਈ ਹੈ, ਮੁੱਢਲੀ ਪੜ੍ਹਾਈ ਅਬੋਰ ਤੋਂ ਹੋਈ +2 ਤੱਕ। ਉਦੋਂ ਬਾਅਦ ਇੰਜੀਨੀਅਰਿੰਗ ਕੀਤੀ ਮੈਂ ਗਿਆਨੀ ਜ਼ੈਲ ਸਿੰਘ ਕਾਲਜ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਬਠਿੰਡੇ ਤੋਂ। ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ ਕੀਤੀ। ਉਦੋਂ ਬਾਅਦ ਐਗਜ਼ਾਮ ਦੀ ਤਿਆਰੀ ਵੀ ਕੀਤੀ। ਫਿਰ 2004 ਦੇ ਵਿੱਚ ਪੇਪਰ ਦਿੱਤਾ, ਜਿਹਦੇ 'ਚ ਕਿ ਇੱਕ ਪੇਪਰ ਹੋਇਆ, ਦੂਜਾ ਪੇਪਰ ਹੋਇਆ, ਇੰਟਰਵਿਊ ਕਾਲ ਆਈ 2005 ਦੇ ਵਿੱਚ। ਫਾਈਨਲੀ ਮੈਂ ਰਹਿ ਗਿਆ ਸੀ, ਪਰ 2004 ਦੇ ਵਿੱਚ ਹੀ ਇੱਕ ਅਸਿਸਟੈਂਟ ਕਮਾਂਡੈਂਟ ਦਾ ਵੀ ਪੇਪਰ ਦਿੱਤਾ ਸੀ, ਜੋ DSP ਦਾ ਹੁੰਦਾ ਹੈ। ਤਾਂ ਉਹਦੇ 'ਚ ਆਲ ਇੰਡੀਆ ਰੈਂਕ 1 ਆਉਣ ਦਾ ਮੈਨੂੰ ਸੁਭਾਗ ਜਿਹੜਾ ਪ੍ਰਾਪਤ ਹੋਇਆ ਸੀ। 1 ਨੰਬਰ ਪਹਿਲੇ ਤੇ ਪ੍ਰਥਮ ਜੀ। ਉਹਦੇ ਕਰਕੇ ਮੈਂ ਸੈਂਟਰਲ ਪੁਲਿਸ ਦੇ ਵਿੱਚ CISF ਦੇ ਵਿੱਚ ਅਸਿਸਟੈਂਟ ਕਮਾਂਡੈਂਟ ਸਿਲੈਕਟ ਹੋ ਗਿਆ ਸੀ। ਫਿਰ 2006 ਦੇ ਵਿੱਚ ਇਹ ਸਿਵਲ ਸਰਵਿਸਿਜ਼ ਦਾ ਐਗਜ਼ਾਮ ਫਿਰ ਤੋਂ ਦਿੱਤਾ ਸੀ, ਜਿਹਦੇ 'ਚ ਕਿ ਮੈਂ ਸਿਲੈਕਟ ਹੋ ਗਿਆ ਸੀ ਬਤੌਰ IPS। 2006 'ਚ ਐਗਜ਼ਾਮ ਦਿੱਤਾ ਸੀ, 7 'ਚ ਰਿਜ਼ਲਟ ਆਇਆ, ਤਾਂ 2007 ਬੈਚ ਗਿਣਿਆ ਜਾਂਦਾ। ਦੁੱਗਲ ਸਾਹਿਬ, IPS ਸਾਡੇ ਦੇਸ਼ਾਂ ਵਿਦੇਸ਼ਾਂ ਦੇ ਸੁਣ ਰਹੇ ਦਰਸ਼ਕਾਂ ਨੂੰ ਜਾਣਨਾ ਹੋਏਗਾ, ਇੰਡੀਅਨ ਪੁਲਿਸ ਸਰਵਿਸ ਜੀ, ਬੜੀ ਵੱਡੀ ਗੱਲ ਹੁੰਦੀ ਹੈ। ਔਰ ਜਦੋਂ IPS ਚੁਣੇ ਜਾਣਾ, ਸਾਡੇ ਮੋਢਿਆਂ ਦੇ ਉੱਤੇ ਸਟਾਰ ਲੱਗ ਜਾਣੇ। ਸਟਾਰਾਂ ਦੇ ਨਾਲ ਇੱਕ ਫਰਜ਼, ਇੱਕ ਜ਼ਿੰਮੇਵਾਰੀ, ਇੱਕ ਭਾਰ, ਇੱਕ ਦਿਆਨਤਦਾਰੀ, ਇੱਕ ਇਮਾਨਦਾਰੀ, ਇਹ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਆਣ ਪੈਂਦੀਆਂ। ਉਦੋਂ ਤੁਹਾਡੇ ਮਨ ਤੇ ਕਿਸ ਤਰ੍ਹਾਂ ਦੇ ਪ੍ਰਭਾਵ ਉਕਰੇ ਜਦੋਂ ਤੁਸੀਂ IPS ਯਾਨੀ ਦੇਸ਼ ਦੀ ਸੇਵਾ ਕਰਨ ਵਾਸਤੇ ਮੈਦਾਨ 'ਚ ਉਤਰ ਆਏ? ਦੇਖੋ, ਇਹ ਜਿਵੇਂ ਤੁਸੀਂ ਗੱਲ ਕਹੀ ਹੈ, ਬੜੀ ਸੋਹਣੀ ਗੱਲ ਕਹੀ ਹੈ ਕਿ ਇਹ ਜਿਹੜੇ ਤਾਰੇ ਹੈ, ਇਹ ਬਹੁਤ ਭਾਰੇ ਹੁੰਦੇ ਹੈ, ਇਹ ਹਲਕੇ ਨਹੀਂ ਹੁੰਦੇ। ਇਹਨਾਂ ਦੇ ਨਾਲ ਰਿਸਪੌਂਸਿਬਿਲਿਟੀ ਬਹੁਤ ਜ਼ਿਆਦਾ ਆਉਂਦੀ ਹੈ, ਬੜੀਆਂ ਜ਼ਿੰਮੇਵਾਰੀਆਂ ਹੁੰਦੀਆਂ। ਤਾਂ ਜ਼ਿੰਮੇਵਾਰੀਆਂ ਨੂੰ ਨਿਭਾਉਣ ਦਾ ਮਾਦਾ ਵੀ ਹੋਣਾ ਚਾਹੀਦਾ। ਮੈਨੂੰ ਬੜੀ ਖੁਸ਼ੀ ਹੈ ਕਿ ਮੈਨੂੰ ਆਂਧਰਾ ਪ੍ਰਦੇਸ਼ ਕਾਡਰ ਅਲਾਟ ਹੋਇਆ ਸੀ। ਉਹਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ, ਤੇ ਜੋ ਆਪਾਂ ਆਪਣਾ ਫਰਜ਼ ਨਿਭਾ ਸਕਦੇ ਸੀ, ਉਹਨਾਂ ਆਪਾਂ ਨਿਭਾਉਣ ਦੀ ਪੂਰਾ ਆਪਾਂ ਯਤਨ ਕੀਤਾ। ਤੇ ਮੈਨੂੰ ਲੱਗਦਾ ਹੈ ਕਿ ਅੱਗੇ ਵੀ ਉਸੇ ਤਰ੍ਹਾਂ ਹੀ ਆਪਾਂ ਆਪਣਾ ਫਰਜ਼ ਨਿਭਾਉਂਦੇ ਰਵਾਂਗੇ। ਤੁਹਾਡੇ ਬਹੁਤ ਸਾਰੇ ਸਾਥੀ ਮਿਲਦੇ ਆ ਤੇ ਉਹ ਦੱਸਦੇ ਆ ਵੀ ਜਦੋਂ ਵਿਕਰਮਜੀਤ ਦੁੱਗਲ ਨੇ ਤਿਆਰੀ ਕੀਤੀ IPS ਦੀ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਵੀ ਕੁਝ ਸਮਾਂ ਇੱਧਰ ਉੱਧਰ ਦੋਸਤਾਂ ਕੋਲ ਰਹਿ ਕੇ ਜੀ, ਔਰ ਉਹ ਕਹਿੰਦੇ ਆ ਕਿ ਉਹ ਸ਼ਖਸੀਅਤ ਕਿਤਾਬਾਂ ਤੋਂ ਸਿਵਾਏ, ਸਟੱਡੀ ਤੋਂ ਸਿਵਾਏ, ਖੋਜ ਤੋਂ ਸਿਵਾਏ ਔਰ ਉਹਨੂੰ ਕੁਛ ਨਹੀਂ ਸੀ ਪਾਉਂਦਾ, ਸਿਰਫ ਤੇ ਸਿਰਫ ਪੜ੍ਹਨਾ ਤੇ ਖੋਜ ਕਰਨੀ। ਯਾਨੀ ਆਪਣੀ IPS ਦੀ ਤਿਆਰੀ 'ਚ ਇੰਨਾ ਖੁੱਭ ਗਏ ਕਿ ਸਰਵੋਤਮ ਹੋ ਕੇ ਆਏ। ਔਰ ਇਹ ਜਿਹੜੇ ਪ੍ਰਭਾਵ ਹੈ, ਇਹ ਪ੍ਰਭਾਵ ਸਾਡੀ ਜਿਹੜੀ ਨਵੀਂ ਪੀੜ੍ਹੀ ਹੋਰ ਤਿਆਰੀ ਕਰਦੀ ਹੈ, ਉਹਨੂੰ ਕਿਸ ਤਰ੍ਹਾਂ ਦੇ ਪ੍ਰਭਾਵ ਲੈਣੇ ਚਾਹੀਦੇ? ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੀ ਪੁਲਿਸ ਸਰਵਿਸ ਹੈ, ਮੈਂ ਇਹ ਸਮਝਦਾ ਕਿ ਉਹ ਇਸ ਤਰ੍ਹਾਂ ਦੀ ਸਰਵਿਸ ਹੈ ਕਿ ਉਹ ਗ੍ਰਾਸ ਰੂਟ ਲੈਵਲ 'ਤੇ, ਲੋਕਲ ਲੈਵਲ 'ਤੇ ਇਮੀਡੀਏਟ ਜਸਟਿਸ ਦੇ ਸਕਦੀ ਹੈ ਇੱਕ ਗਰੀਬ ਇਨਸਾਨ ਨੂੰ, ਇੱਕ ਦੁਖੀ ਹਿਰਦੇ ਦੇ ਵਿਅਕਤੀ ਨੂੰ, ਕਿਸੇ ਬੱਚੇ ਨੂੰ ਜੋ ਕਿ ਕਿਸੇ ਢਾਬੇ 'ਤੇ ਲੇਬਰ ਦਾ ਕੰਮ ਕਰ ਰਿਹਾ, ਕਿਸੇ ਔਰਤ ਨੂੰ ਜੋ ਕਿ ਦੁਖੀ ਹੋ ਕੇ ਥਾਣੇ ਜਾਂਦੀ ਹੈ ਜਾਂ ਆਪਣਾ ਦੁੱਖੜਾ ਹੋਰ ਕਿਸੇ ਨੂੰ ਸੁਣਾ ਨਹੀਂ ਸਕਦੀ, ਉਦੋਂ ਵੀ ਪੁਲਿਸ ਵਾਲਾ। ਹੁਣ ਆਪਾਂ ਪਿੱਛੇ ਜੇ ਦੇਖੀਏ ਤਾਂ ਕੋਵਿਡ ਦੇ ਚੱਲਦੇ ਜੋ ਸੇਵਾਵਾਂ ਪੰਜਾਬ ਪੁਲਿਸ ਨੇ ਦਿੱਤੀਆਂ, ਮੈਨੂੰ ਨਹੀਂ ਲੱਗਦਾ ਕਿ ਭਾਰਤ ਦੇ ਵਿੱਚ ਕਿਸੇ ਵੀ ਹੋਰ ਪੁਲਿਸ ਵਿਭਾਗ ਨੇ ਦਿੱਤੀਆਂ ਹੋਣਗੀਆਂ। ਮਰੇ ਵਿਚਾਰੇ ਬੜਾ ਕੰਮ ਕੀਤਾ ਔਰ ਮੋਹਰੀ ਹੋ ਕੇ ਕੀਤਾ। ਬਿਲਕੁਲ। 4 ਜਵਾਨ ਸਾਡੇ ਪਟਿਆਲਾ ਪੁਲਿਸ ਦੇ ਵੀ ਸ਼ਹੀਦ ਹੋਏ ਕਰੋਨਾ ਨੂੰ ਲੈ ਕੇ। ਤਾਂ ਮੈਂ ਇਹ ਸਮਝਦਾ ਕਿ ਇਹ ਇਸ ਤਰ੍ਹਾਂ ਦਾ ਡਿਪਾਰਟਮੈਂਟ ਹੈ ਕਿ ਮਨੁੱਖੀ ਸੇਵਾ ਇਹਦੇ ਤੋਂ ਕੀਤੀ ਜਾ ਸਕਦੀ ਹੈ। ਤੇ ਜਿਹੜੇ ਨਵੇਂ ਐਂਟਰੈਂਟਸ ਦੀ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਨਵੇਂ ਬੱਚੇ ਆ ਰਹੇ ਹੈ, ਪੜ੍ਹਾਈ ਕਰ ਰਹੇ ਹੈ, ਉਹਨਾਂ ਨੂੰ ਮੇਰਾ ਇਹ ਸੁਨੇਹਾ ਜ਼ਰੂਰ ਹੈ ਕਿ ਜਿੱਥੋਂ ਤੱਕ ਪੁਲਿਸ ਦਾ ਸਵਾਲ ਹੈ, ਉਹ ਹਰ ਇੱਕ ਡਿਪਾਰਟਮੈਂਟ ਨੂੰ ਟੱਚ ਕਰਦੀ ਹੈ, ਹਰ ਇੱਕ ਵਾਕ ਆਫ ਲਾਈਫ ਨੂੰ ਟੱਚ ਕਰਦੀ ਹੈਗੀ ਹੈ। ਤਾਂ ਆਪਣੀ ਛਾਪ ਜ਼ਿੰਦਗੀ ਦੇ ਹਰ ਇੱਕ ਪੜਾਅ ਉੱਤੇ ਇਹ ਪੁਲਿਸ ਵਿਭਾਗ ਜਿਹੜਾ ਛੱਡਦਾ ਜ਼ਰੂਰ ਹੈ। ਇਹਨੂੰ ਸੋਚ ਕੇ ਸਮਝ ਕੇ ਉਸੇ ਤਰੀਕੇ ਨਾਲ ਲੈ ਕੇ ਤੇ ਪਬਲਿਕ ਸਰਵਿਸ ਜ਼ਰੂਰ ਕਰਨ ਦਾ ਤੁਹਾਨੂੰ ਮੌਕਾ ਮਿਲ ਸਕਦਾ ਜੇ ਤੁਸੀਂ ਇਹਦੇ 'ਚ ਜੁਆਇਨ ਕਰਦੇ ਹੋ।
ਦੁੱਗਲ ਸਾਹਿਬ, ਸਾਰਾ ਦਿਨ ਲੋਕਾਂ ਦੇ ਦੁੱਖ ਸੁਣਨੇ, ਫਰਿਆਦਾਂ ਸੁਣਨੀਆਂ, ਦੁਖੀ ਲੋਕਾਂ ਨੂੰ ਮਿਲਣਾ, ਔਰ ਇੰਨੇ ਕੁ ਲੋਕ ਅਫੜਾ ਤਫੜੀ 'ਚ ਨੇ, ਇੰਨੇ ਕੁ ਪਰੇਸ਼ਾਨੀ 'ਚ ਨੇ ਕਿ ਬਹੁਤ ਕਈ ਵਾਰੀ ਮਨ ਦੇ ਉੱਤੇ ਅਸਰ ਵੀ ਹੁੰਦਾ, ਕਈ ਵਾਰੀ ਸਟ੍ਰੈਸ ਵੀ ਪੈਦਾ ਹੁੰਦੀ। ਕਿਸ ਤਰ੍ਹਾਂ ਦਾ ਮਹਿਸੂਸ ਕਰਦੇ ਹੋ? ਦੇਖੋ, ਜਦੋਂ ਅਸੀਂ ਨਾ ਪੁਲਿਸ ਐਡਮਿਨਿਸਟ੍ਰੇਸ਼ਨ ਦਾ ਸਬਜੈਕਟ ਪੜ੍ਹਦੇ ਹਾਂ ਤਾਂ ਉਹਦੇ 'ਚ ਜਿਵੇਂ ਤੁਸੀਂ ਇਹ ਗੱਲ ਕਹੀ ਹੈ ਕਿ ਸਟ੍ਰੈਸ ਮੈਨੇਜਮੈਂਟ ਜਿਹੜੀ ਕਰਨੀ ਹੈ ਉਹ ਕਿਵੇਂ ਕਰਨੀ ਹੈ, ਉਹ ਇੱਕ ਵੱਡਾ ਟੌਪਿਕ ਹੈ, ਖਾਸ ਤੌਰ ਤੇ ਪੁਲਿਸ ਡਿਪਾਰਟਮੈਂਟ ਦੇ ਵਿੱਚ। ਉਹਦੇ ਵਿੱਚ ਭਾਵੇਂ ਯੋਗਾ ਦੀਆਂ ਤਕਨੀਕਸ ਲਾ ਲਓ, ਜਾਂ ਉਦੋਂ ਇਲਾਵਾ ਅਲੱਗ-ਅਲੱਗ ਤਰ੍ਹਾਂ ਦੀਆਂ ਐਕਸਰਸਾਈਜ਼ਸ ਲਾ ਲਓ, ਜਾਂ ਫੈਮਿਲੀ ਦੇ ਨਾਲ ਤੁਸੀਂ ਟਾਈਮ ਕਿਵੇਂ ਸਪੈਂਡ ਕਰਨਾ ਉਹ ਲਾ ਲਓ, ਜਾਂ ਟਾਈਮ ਮੈਨੇਜਮੈਂਟ ਕਿਵੇਂ ਕਰਨਾ ਉਹ ਲਾ ਲਓ। ਮੈਂ ਇਹ ਸਮਝਦਾ ਕਿ ਜਦੋਂ ਤੱਕ ਤੁਹਾਡਾ ਕੋਈ ਟੀਚਾ ਨਹੀਂ ਹੈ ਤਾਂ ਤੁਹਾਨੂੰ ਸਟ੍ਰੈਸ ਹੋਣੀ ਹੋਣੀ, ਭਾਵੇਂ ਕੋਈ ਪੁਲਿਸ ਵਿਭਾਗ ਹੋਵੇ ਜਾਂ ਤੁਹਾਡੀ ਨਾਰਮਲ ਲਾਈਫ ਦਾ ਰੂਟੀਨ ਹੋਵੇ। ਜੇ ਤੁਹਾਡੇ ਸਾਹਮਣੇ ਟੀਚਾ ਹੈ, ਤੁਹਾਡੇ ਸਾਹਮਣੇ ਗੋਲ ਹੈ, ਤਾਂ ਮੈਨੂੰ ਨਹੀਂ ਲੱਗਦਾ ਕਿ ਤੁਹਾਨੂੰ ਸਟ੍ਰੈਸ ਹੋਊਗੀ। ਨੰਬਰ 2, ਜੇ ਤੁਸੀਂ ਆਪਣੇ ਵਾਸਤੇ, ਖੁਦ ਦੀ ਆਤਮਾ ਵਾਸਤੇ ਜੇ ਤੁਸੀਂ ਟਾਈਮ ਨਹੀਂ ਕੱਢ ਸਕਦੇ, ਫਿਰ ਵੀ ਤੁਹਾਨੂੰ ਸਟ੍ਰੈਸ ਲਾਜ਼ਮੀ ਹੈ। ਤਾਂ ਮੈਂ ਇਹ ਸਮਝਦਾ ਕਿ ਸਪਿਰਿਚੁਅਲ ਹੋਣਾ, ਆਪਣੇ ਵਾਸਤੇ ਟਾਈਮ ਕੱਢਣਾ ਬਹੁਤ ਜ਼ਿਆਦਾ ਲਾਜ਼ਮੀ ਹੈ, ਫੈਮਿਲੀ ਵਾਸਤੇ ਟਾਈਮ ਕੱਢਣਾ ਬੜਾ ਲਾਜ਼ਮੀ ਹੈ। ਇਹਨਾਂ ਤਰੀਕਿਆਂ ਨੂੰ ਅਪਣਾ ਕੇ ਮੈਂ ਸਮਝਦਾ ਕਿ ਪੁਲਿਸ ਅਫਸਰ, ਕੋਈ ਵੀ ਪੁਲਿਸ ਅਫਸਰ ਜਾਂ ਮੁਲਾਜ਼ਮ ਸਟ੍ਰੈਸ ਤੋਂ ਜ਼ਰੂਰ ਬਚ ਸਕਦਾ ਹੈ। ਜੀ, ਇੱਕ ਚੰਗਾ ਪੁਲਿਸ ਅਫਸਰ ਜਿਹੜਾ ਹੈ ਕਾਮਯਾਬ, ਯਾਨੀ ਟੀਚਾ ਮਿਥਣ ਵਾਲਾ, ਔਰ ਉਹ ਲੋਕਾਂ ਦੀ ਸਮੱਸਿਆ ਨੂੰ ਸਰਲ ਢੰਗ ਨਾਲ, ਸੌਖੇ ਢੰਗ ਨਾਲ ਕਿਵੇਂ ਸੋਲਵ ਕਰ ਸਕਦਾ? ਮੈਨੂੰ ਇਹ ਲੱਗਦਾ ਕਿ ਜ਼ਿਆਦਾਤਰ ਜਿਹੜੇ ਸੋਲਿਊਸ਼ਨ ਹੁੰਦੇ ਆ ਉਹ ਪਬਲਿਕ ਕੋਲੇ ਹੀ ਹੁੰਦੇ ਆ, ਲੋਕਾਂ ਕੋਲੇ ਜ਼ਰੂਰ ਹੁੰਦੇ ਆ। ਆਪਾਂ ਕੁਰਸੀ ਤੇ ਬਹਿ ਕੇ ਨਿਆਂ ਨਹੀਂ ਦਵਾ ਸਕਦੇ। ਖਾਸ ਤੌਰ ਤੇ ਪੁਲਿਸ ਅਫਸਰ ਦੀ ਜੇ ਆਪਾਂ ਗੱਲ ਕਰੀਏ, ਪੁਲਿਸ ਅਫਸਰ ਦਾ ਕੰਮ ਹੈ ਫੀਲਡ ਦੇ ਵਿੱਚ ਜਾਣਾ, ਜਾ ਕੇ ਪ੍ਰੋਬਲਮ ਨੂੰ ਸਮਝਣਾ ਮੌਕੇ ਤੇ ਜਾ ਕੇ। ਤੇ ਜ਼ਿਆਦਾਤਰ ਸੋਲਿਊਸ਼ਨ ਜਿਹੜੇ ਹੁੰਦੇ ਆ ਉਹ ਸੁਸਾਇਟੀ ਕੋਲੇ ਹੁੰਦੇ ਆ। ਇੱਕ ਸੜਕ ਹੈ, ਸੜਕ ਤੇ ਐਕਸੀਡੈਂਟ ਹੁੰਦਾ, ਰੋਜ਼ ਐਕਸੀਡੈਂਟ ਹੁੰਦਾ। ਤੁਹਾਨੂੰ ਪੁਲਿਸ ਵਾਲਿਆਂ ਨੂੰ ਜੇ ਆਪਾਂ ਗੱਲ ਕਰੀਏ ਤਾਂ ਪੁਲਿਸ ਵਾਲਿਆਂ ਨੂੰ ਉਹਨਾਂ ਪਤਾ ਨਹੀਂ ਲੱਗੂਗਾ ਕਿ ਇਹਨੂੰ ਕਿਵੇਂ ਸੋਲਵ ਕਰਨਾ ਹੈ ਇਹ ਐਕਸੀਡੈਂਟ। ਜੇ ਤੁਸੀਂ ਲੋਕਾਂ ਨੂੰ ਉਸ ਕਮੇਟੀ ਦੇ ਵਿੱਚ ਪਾਓਗੇ, ਰੋਡ ਸੇਫਟੀ ਕਮੇਟੀ ਦੇ ਵਿੱਚ, ਤਾਂ ਉਹਨਾਂ ਨੇ ਤੁਹਾਨੂੰ ਇੱਕ ਦਿਨ ਦੇ ਵਿੱਚ ਦੱਸ ਦੇਣਾ ਕਿ ਇਹਦਾ ਕੀ ਸੋਲਿਊਸ਼ਨ ਹੈ। ਉਹ ਸੋਲਿਊਸ਼ਨ ਤੁਹਾਨੂੰ ਨਹੀਂ ਪਤਾ ਲੱਗ ਸਕਦਾ। ਇੱਕ ਕੁਰਸੀ ਤੇ ਬਹਿ ਕੇ ਲੋਕਾਂ ਦੇ ਵਿੱਚ ਵਿਚਰਨਾ ਪਊਗਾ, ਉਸ ਥਾਂ ਤੇ ਜਾਣਾ ਪਊਗਾ। ਉੱਥੇ ਕਈ ਵਾਰੀ ਕੋਈ ਝਾੜੀ ਕਰਕੇ ਵਿਜ਼ਨ ਪ੍ਰੋਪਰ ਨਹੀਂ ਹੋ ਰਿਹਾ, ਕੋਈ ਛੋਟਾ ਜਿਹਾ ਖੱਡਾ ਹੈ, ਟੋਏ ਹੈ, ਜਾਂ ਕੋਈ ਲਾਈਟ ਲੱਗਣ ਵਾਲੀ ਹੈ ਕਿਸੇ ਥਾਂ ਤੇ। ਇਹ ਛੋਟੀਆਂ ਚੀਜ਼ਾਂ, ਛੋਟੇ ਉਪਰਾਲੇ ਲੋਕ ਤੁਹਾਨੂੰ ਦੱਸ ਸਕਦੇ ਆ। ਤਾਂ ਮੈਂ ਸਮਝਦਾ ਕਿ ਲੋਕਾਂ ਦੇ ਵਿੱਚ ਵਿਚਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਜੇ ਤੁਸੀਂ ਉਹਨਾਂ ਦੀਆਂ ਪ੍ਰੋਬਲਮਸ ਦਾ ਸੋਲਿਊਸ਼ਨ ਕੱਢਣਾ। ਕੋਲ ਬਹਿ ਕੇ ਸੁਣ ਸੱਜਣਾ ਪ੍ਰੋਗਰਾਮ ਚੱਲ ਰਿਹਾ ਤੇ ਪੰਜਾਬੀ ਨੈਸ਼ਨਲ ਟੀਵੀ ਤੁਸੀਂ ਦੇਖ ਰਹੇ ਹੋ ਤੇ ਅੱਜ ਅਸੀਂ ਗੱਲਾਂ ਬਾਤਾਂ ਕਰ ਰਹੇ ਹਾਂ ਸ਼੍ਰੀ ਵਿਕਰਮਜੀਤ ਦੁੱਗਲ IPS SSP ਪਟਿਆਲਾ ਹੋਰਾਂ ਦੇ ਨਾਲ। ਇੱਕ ਬ੍ਰੇਕ ਤੋਂ ਬਾਅਦ ਜਲਦੀ ਤੁਹਾਡੀ ਸੇਵਾ 'ਚ ਹਾਜ਼ਰ ਹੁੰਦੇ ਹਾਂ। ਜੁੜੇ ਰਹਿਣਾ ਸਾਡੇ ਨਾਲ। ਕੋਲ ਬਹਿ ਕੇ ਸੁਣ ਸੱਜਣਾ ਪ੍ਰੋਗਰਾਮ ਤੋਂ ਮੁੜ ਤੋਂ ਸਵਾਗਤ ਹੈ ਤੇ ਅੱਜ ਅਸੀਂ ਗੱਲਾਂ ਬਾਤਾਂ ਕਰ ਰਹੇ ਹਾਂ ਸ਼੍ਰੀ ਵਿਕਰਮਜੀਤ ਦੁੱਗਲ IPS ਦੇ ਨਾਲ। ਦੁੱਗਲ ਸਾਹਿਬ, 2007 'ਚ ਰਿਜ਼ਲਟ ਆ ਜਾਂਦਾ ਹੈ, IPS ਚੁਣੇ ਜਾਂਦੇ ਹੋ, ਮੋਢਿਆਂ ਤੇ ਇੱਕ ਜ਼ਿੰਮੇਵਾਰੀ ਹੈ ਦੇਸ਼ ਦੀ। ਔਰ ਜਦੋਂ IPS ਬਣ ਕੇ ਤੁਸੀਂ ਆਂਧਰਾ ਪ੍ਰਦੇਸ਼ ਜਾਂਦੇ ਹੋ, ਉਦੋਂ ਹਾਲੇ ਤੇਲੰਗਾਨਾ ਵੱਖ ਨਹੀਂ ਸੀ ਹੋਇਆ ਜੀ। ਤੇ ਆਂਧਰਾ ਪ੍ਰਦੇਸ਼, ਵੈਸੇ ਤਾਂ ਜਿਹੜਾ ਪੰਜਾਬ, ਹਰ ਇੱਕ ਨੂੰ ਇਹ ਹੁੰਦੀ ਹੈ ਕਿ ਮੈਂ ਜਿਹੜੇ ਸਟੇਟ ਦਾ ਉੱਥੇ ਹੀ ਰਵਾਂ ਤੇ ਉੱਥੇ ਸੇਵਾ ਕਰਾਂ, ਉਹ ਵੀ ਤੁਹਾਡੇ ਮਨ 'ਚ ਭਾਵ ਆਇਆ ਉਦੋਂ? ਜੀ, ਉਦੋਂ ਦੇਖੋ ਜਦੋਂ ਰਿਜ਼ਲਟ ਆਇਆ ਸੀ ਤਾਂ ਮੈਨੂੰ ਇਹ ਸੀ ਕਿ ਹੋ ਸਕਦਾ ਮੈਨੂੰ ਪੰਜਾਬ ਕਾਡਰ ਮਿਲ ਜੇ, ਕਿਉਂਕਿ ਮੇਰਾ 124 ਰੈਂਕ ਸੀ ਤਾਂ ਮੈਨੂੰ ਲੱਗਦਾ ਸੀ ਕਿ ਉੱਪਰ ਹੈ ਰੈਂਕ। ਪਰ ਮੇਰੇ ਬੈਚਮੇਟਸ 2 ਸੀਗੇ, ਉਹਨਾਂ 'ਚੋਂ ਇੱਕ ਜਾਣੇ ਦੀ IPS ਫਸਟ ਪ੍ਰੈਫਰੈਂਸ ਸੀ, ਮੇਰੀ ਵੀ ਫਸਟ ਪ੍ਰੈਫਰੈਂਸ ਸੀ। ਉਹਨਾਂ ਨੂੰ ਅਲਾਟ ਹੋ ਗਿਆ ਸੀ, ਮੇਰਾ ਨਾਮ ਜਿਹੜਾ ਸੀ ਉਹ ਆਂਧਰਾ ਪ੍ਰਦੇਸ਼ ਵਾਸਤੇ ਗਿਆ ਸੀ ਤੇ ਆਂਧਰਾ ਪ੍ਰਦੇਸ਼ ਮੈਨੂੰ ਫਾਈਨਲੀ ਅਲਾਟ ਹੋਇਆ। ਤੇ ਆਂਧਰਾ ਪ੍ਰਦੇਸ਼ ਜਾ ਕੇ ਸਭ ਤੋਂ ਪਹਿਲਾਂ ਜਿਹੜਾ ਡਿਸਟ੍ਰਿਕਟ ਅਲਾਟ ਹੋਇਆ ਸੀਗਾ ਟ੍ਰੇਨਿੰਗ ਵਾਸਤੇ, ਉਹ ਹੋਇਆ ਸੀ ਕਰਨੂਲ।
ਕਰਨੂਲ ਦੇ ਵਿੱਚ ਮੇਰੇ ਐਸਐਸਪੀ ਸਾਹਿਬ ਹੁੰਦੇ ਸੀਗੇ ਐਨ ਮਧੂਸੂਦਨ ਰੈਡੀ, ਤੇ ਉਹਨਾਂ ਦੇ ਨਾਲ ਮੈਂ ਅਟੈਚ ਰਿਹਾ ਸੀ 8 ਮਹੀਨੇ। ਉੱਥੋਂ ਫਿਰ ਤੇਲਗੂ ਸਿੱਖਣ ਦਾ ਸਫ਼ਰ ਵੀ ਸਟਾਰਟ ਹੋਇਆ। ਹਾਂ, ਉਹ ਬੜਾ ਇੰਟਰਸਟਿੰਗ ਹੋਏਗਾ ਕਿ ਸਭ ਤੋਂ ਪਹਿਲਾਂ ਜਿਹੜੀ ਵੀ ਸਟੇਟ 'ਚ ਬੰਦਾ ਜਾਂਦਾ ਹੈ IAS IPS ਜੀ, ਉੱਥੋਂ ਦੀ ਉਹਨੇ ਰਾਜ ਭਾਸ਼ਾ ਜਿਹੜੀ ਹੈ ਉਹ ਸਿੱਖਣੀ ਹੁੰਦੀ ਹੈ ਜੀ। ਤੇ ਜਦੋਂ ਤੁਸੀਂ ਪੰਜਾਬ ਤੋਂ ਚਲੇ ਗਏ ਆਂਧਰਾ ਪ੍ਰਦੇਸ਼ ਤਾਂ ਤੁਹਾਨੂੰ ਤੇਲਗੂ ਸਿੱਖਣੀ ਬੜੀ ਜ਼ਰੂਰੀ ਸੀ ਜੀ। ਤੇ ਸਾਡੇ ਦਰਸ਼ਕ ਇਹ ਜਾਣਨਾ ਚਾਹਣਗੇ ਕਿ ਤੇਲਗੂ ਸਿੱਖਣ ਦਾ ਸਫ਼ਰ ਕਿਵੇਂ ਰਿਹਾ। ਦੇਖੋ 2009 ਦੀ ਗੱਲ ਹੈ, 2009 ਦੀ ਗੱਲ ਹੈ, ਜਦੋਂ ਅਸੀਂ ਪਾਸ ਆਊਟ ਹੋ ਕੇ ਜਨਵਰੀ ਦੇ ਵਿੱਚ ਸਾਨੂੰ ਜ਼ਿਲ੍ਹੇ ਅਲਾਟ ਹੋਏ ਸੀ ਅਕੈਡਮੀ 'ਚੋਂ ਪਾਸ ਆਊਟ ਹੋ ਕੇ। ਤਾਂ ਜਨਵਰੀ 4 2009 ਨੂੰ ਮੈਂ ਜੁਆਇਨ ਕੀਤਾ ਸੀ ਕਰਨੂਲ। ਉਦੋਂ ਤਾਂ ਇੰਝ ਜਾਪਦਾ ਸੀ ਜਿਵੇਂ ਗੂੰਗੇ ਵੀ ਆ ਤੇ ਬੋਲੇ ਵੀ ਆ, ਕਿਉਂਕਿ ਕੁਝ ਸਮਝ ਨਹੀਂ ਆਉਂਦਾ, ਕਿਸੇ ਨੂੰ ਕੁਝ ਸਮਝਾ ਨਹੀਂ ਸਕਦੇ। ਤਾਂ ਆਪਣੇ ਨਾਲ ਜੋ PSO ਗਨਮੈਨ ਜਾਂ ਡਰਾਈਵਰ ਹੈ, ਉਹ ਉਸ ਤਰ੍ਹਾਂ ਦੇ ਮੈਂ SSP ਸਾਹਿਬ ਨੂੰ ਕਹਿ ਕੇ ਚੁਣੇ ਸੀ ਜਿਨ੍ਹਾਂ ਨੂੰ ਤੇਲਗੂ ਵੀ ਆਉਂਦੀ ਹੋਵੇ ਤੇ ਥੋੜੀ ਹਿੰਦੀ ਵੀ ਬੋਲ ਸਕਦੇ ਹੋ। ਮੈਂ ਜ਼ਿਆਦਾਤਰ ਟੂਰ ਰੱਖਦਾ ਸੀ ਪਿੰਡਾਂ ਦੇ, ਵੱਧ ਤੋਂ ਵੱਧ ਪਿੰਡਾਂ ਦੇ ਵਿੱਚ ਵਿਚਰਨ ਦੀ ਕੋਸ਼ਿਸ਼ ਕਰਦਾ ਸੀ ਤਾਂ ਕਿ ਮੈਨੂੰ ਵੱਧ ਤੋਂ ਵੱਧ ਲੋਕਾਂ ਨੂੰ ਮਿਲਣ ਦਾ ਮੌਕਾ ਮਿਲ ਸਕੇ। ਉਹਨਾਂ ਲੋਕਾਂ ਦੀ ਬੋਲੀ ਨੂੰ ਨੇੜਿਓਂ ਸੁਣਾ, ਉਹਨਾਂ ਦੇ ਵਿੱਚ ਵਿਚਰ ਸਕਾਂ, ਉਹਨਾਂ ਦੇ ਨਾਲ ਸੱਥਾਂ ਦੇ ਵਿੱਚ ਬਹਿ ਕੇ ਗੱਲ ਕਰ ਸਕਾਂ। ਉਹ ਜਿਹੜੀ ਮੇਰੀ ਟੈਂਡੈਂਸੀ ਸੀ ਉਹਨੇ ਮੈਨੂੰ ਤੇਲਗੂ ਦੇ ਰਾਹ ਪਾਇਆ ਤੇ ਤੇਲਗੂ ਦੇ ਵਿੱਚ ਇੱਕ ਚੰਗੇ ਮੁਕਾਮ ਤੇ ਮੈਨੂੰ ਲੈ ਕੇ ਗਈ। ਜੀ, ਤੁਸੀਂ ਤਾਂ ਬਹੁਤ ਫਾਸਟ ਤੇਲਗੂ ਬੋਲਦੇ ਹੋ ਤੇ ਮੈਂ ਕਈ ਵਾਰੀ ਤੁਹਾਨੂੰ ਸੁਣਿਆ ਉੱਥੇ ਤੇਲੰਗਾਨਾ ਵੀ ਮੈਂ ਤੁਹਾਡੇ ਕੋਲੇ ਗਿਆ। ਤੇਲਗੂ ਭਾਸ਼ਾ ਬੜੀ ਪਿਆਰੀ ਹੈ ਕਹਿੰਦੇ ਜੀ, ਔਰ ਤੇਲਗੂ ਲੋਕ ਵੀ ਬੜੇ ਪਿਆਰੇ ਹੈ ਜੀ। ਔਰ ਜਿਹੜੀ ਤੇਲਗੂ ਭਾਸ਼ਾ ਦੀ ਜਿਹੜੀ ਤੁਹਾਡੀ ਬਣੀ ਹੈ ਫਰਾਟਾ ਬਣਿਆ ਜਾਂ ਇਹਦੀ ਵੋਕੈਬਲਰੀ ਇਕੱਠੀ ਹੋਈ ਤੇ ਮੁਹਾਵਰਾ ਬਣਿਆ, ਇਹ ਕੀ ਤੁਸੀਂ ਯਤਨ ਕਰਦੇ ਰਹੇ ਜਾਂ ਫਿਰ ਸਹਿਜ ਸੁਭਾਅ ਹੋਇਆ? ਦੇਖੋ, ਮੈਂ ਵੱਧ ਤੋਂ ਵੱਧ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਹਰ ਰੋਜ਼ ਮੈਂ ਇੱਕ ਪਿੰਡ ਚੁਣ ਲੈਂਦਾ ਸੀ। ਮੈਂ SHO ਹੁੰਦਾ ਸੀ ਨੰਦਿਆਲ ਤਾਲੁਕ ਪੁਲਿਸ ਸਟੇਸ਼ਨ ਦਾ ਟ੍ਰੇਨਿੰਗ। ਜਦੋਂ ਮੈਂ ਅੰਡਰ ਟ੍ਰੇਨਿੰਗ ਸੀ ਕਰਨੂਲ ਡਿਸਟ੍ਰਿਕਟ ਦੇ ਵਿੱਚ ਨੰਦਿਆਲ ਤਾਲੁਕ ਪੁਲਿਸ ਸਟੇਸ਼ਨ ਸੀ, ਉੱਥੇ ਮੈਂ 3 ਮਹੀਨੇ SHO ਕੰਮ ਕੀਤਾ। 2009 ਦੀ ਗੱਲ ਹੈ ਤਾਂ ਜਨਰਲ ਇਲੈਕਸ਼ਨ ਵੀ ਸੀਗੇ, ਉਦੋਂ ਲੋਕ ਸਭਾ ਦੀਆਂ ਇਲੈਕਸ਼ਨਾਂ ਸੀਗੀਆਂ। ਇਲੈਕਸ਼ਨਾਂ ਦੇ ਵਿੱਚ ਹੋਰ ਵੀ ਜ਼ਿਆਦਾ ਤੁਹਾਨੂੰ ਪਿੰਡਾਂ ਦੇ ਵਿੱਚ ਵਿਚਰਨਾ ਪੈਂਦਾ, ਲੋਕਾਂ ਨਾਲ ਗੱਲ ਕਰਨੀ ਪੈਂਦੀ ਹੈ, ਮੁਲਾਜ਼ਮਾਂ ਨੂੰ ਬਰੀਫ ਕਰਨਾ ਪੈਂਦਾ। ਉਸ ਚੀਜ਼ ਨੇ ਇੱਕ ਚੰਗਾ ਰੂਪ ਦਿੱਤਾ, ਚੰਗੀ ਸ਼ੇਪ ਦਿੱਤੀ ਤੇਲਗੂ ਨੂੰ, ਤੇ ਮੈਨੂੰ ਬੜੀ ਖੁਸ਼ੀ ਹੈ ਕਿ ਇੱਕ ਨਵੀਂ ਭਾਸ਼ਾ, ਇੱਕ ਨਵਾਂ ਕਲਚਰ ਮੈਨੂੰ ਸਿੱਖਣ ਦਾ ਮੌਕਾ ਮਿਲਿਆ। ਉਹਨਾਂ ਲੋਕਾਂ 'ਚ ਪਿੰਡਾਂ, ਅੱਛਾ, ਇੱਕ ਪਿੰਡ ਚੁਣ ਲੈਂਦੇ ਸੀ ਫਿਰ ਉਹ ਸਾਥ 'ਚ ਜਾ ਕੇ ਬਹਿਣਾ? ਬਿਲਕੁਲ, ਜਿਵੇਂ ਮੈਂ ਪਹਿਲਾਂ ਦੱਸਿਆ ਕਿ ਮੈਂ ਪਿੰਡ ਚੁਣ ਲੈਂਦਾ ਸੀ। ਮੈਂ ਜੀਪ 'ਚ ਗਨਮੈਨ ਤੇ ਡਰਾਈਵਰ ਨਾਲ ਰਾਹ 'ਚ ਗੱਲਾਂ ਕਰੀ ਜਾਣੀਆਂ ਕਿ ਅੱਜ ਆਪਾਂ ਇਸ ਮੁੱਦੇ ਤੇ ਗੱਲ ਕਰਨੀ, ਤੇ ਇਸ ਮੁੱਦੇ ਨੂੰ ਆਪਾਂ ਗੱਲ ਕਿਵੇਂ ਕਵਾਂਗੇ। ਤਾਂ ਕੁਝ ਚੀਜ਼ਾਂ ਦੇ ਰੱਟੇ ਵੀ ਲਾਉਣੇ, ਕੁਝ ਚੀਜ਼ਾਂ ਨੂੰ ਸਮਝਣਾ, ਤੇ ਜਾ ਕੇ ਜਦੋਂ ਲੋਕਾਂ 'ਚ ਵਿਚਰਨਾ ਤਾਂ ਮੈਂ ਕਦੇ ਇਹ ਨਹੀਂ ਸੀ ਸੋਚਿਆ ਕਿ ਮੇਰੀ ਗੱਲ ਤੇ ਹੱਸੂਗਾ, ਮੈਨੂੰ ਤੇਲਗੂ ਨਹੀਂ ਆਉਂਦੀ। ਸਗੋਂ ਉਲਟਾ ਮੈਨੂੰ ਉੱਥੇ ਸ਼ਲਾਘਾ ਮਿਲਦੀ ਸੀ ਕਿ ਪੰਜਾਬ ਤੋਂ ਆ ਕੇ ਸਾਡੇ ਨਾਲ ਤੇਲਗੂ 'ਚ ਗੱਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤਾਂ ਉਹ ਬੜਾ ਹੌਸਲਾ ਸੀ, ਹੌਸਲਾ ਅਫਜ਼ਾਈ ਹੋਈ ਤੇ ਮੋਟੀਵੇਸ਼ਨ ਮਿਲੀ, ਇਨਕਰੇਜਮੈਂਟ ਮਿਲੀ, ਜਿਹਦੇ ਕਰਕੇ ਤੇਲਗੂ ਸਿੱਖਣੀ ਕਾਫੀ ਸੁਹਾਵੀ ਹੋ ਗਈ। ਦੁੱਗਲ ਸਾਹਿਬ, ਉਸ ਤੋਂ ਬਾਅਦ ਇੱਕ ਯਾਦਗਾਰੀ ਦੁਖਦਾਇਕ ਘਟਨਾ ਵਾਪਰੀ ਜਦੋਂ ਉੱਥੋਂ ਦੇ ਮੁੱਖ ਮੰਤਰੀ ਰੈਡੀ ਸਾਹਿਬ ਦਾ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ ਤੇ ਉਦੋਂ ਤੁਸੀਂ ਜਿਹੜੀ ਭੂਮਿਕਾ ਹੈ ਉਹ ਬੜੀ ਅਹਿਮ ਨਿਭਾਈ। ਕਿ ਮੈਂ ਪੜ੍ਹਿਆ ਤੁਹਾਡਾ ਆਰਟੀਕਲ ਪੰਜਾਬੀ ਟ੍ਰਿਬਿਊਨ 'ਚ, ਬੜਾ ਪਿਆਰਾ ਲਿਖਿਆ, ਮੈਂ ਹੀ ਨਹੀਂ ਪੜ੍ਹਿਆ, ਬੜੇ ਲੋਕਾਂ ਨੇ ਪੜ੍ਹਿਆ ਉਹ ਜੀ। ਤੁਸੀਂ ਬੜਾ ਸੋਹਣਾ ਵਿਵਰਣ ਕੀਤਾ। ਵਿਵਰਣ ਭਾਵੇਂ ਦੁਖਦਾਈ ਆ ਕਿ ਇੱਕ ਮੁੱਖ ਮੰਤਰੀ ਡਿੱਗ ਪੈਂਦਾ, ਨਾਲ 5 ਬੰਦੇ ਹੋਰ ਡਿੱਗ ਪੈਂਦੇ ਨੇ, ਪਾਇਲਟ ਤੇ ਚੀਫ ਸੈਕਟਰੀ ਵੀ, ਉਹਨਾਂ ਦੀਆਂ ਜਾਨਾਂ ਚਲੀਆਂ ਜਾਂਦੀਆਂ। ਉਸ ਤੋਂ ਬਾਅਦ ਉਹਨਾਂ ਦੀਆਂ ਲਾਸ਼ਾਂ ਨਹੀਂ ਲੱਭਦੀਆਂ ਤੇ ਤੁਸੀਂ ਬੜੇ ਤਰੱਦਦ ਦੇ ਨਾਲ ਇੱਕ ਪੰਜਾਬੀ ਮੁੰਡਾ ਜਾ ਕੇ ਉੱਥੇ ਇਹ ਕਾਰਜ ਸਿਰੇ ਲਾਉਂਦਾ। ਇਹ ਬੜਾ ਤੁਹਾਡਾ ਵਿਵਰਣ ਜਿਹੜਾ ਹੈ, ਅਸੀਂ ਉਹਦਾ ਥੋੜਾ ਜਿਹਾ ਵੇਰਵਾ ਜਾਣਨਾ ਚਾਹੁੰਦੇ ਦਰਸ਼ਕ ਸਾਡੇ। ਜੀ ਜ਼ਰੂਰ। ਇਹ ਜੀ 2 ਸਤੰਬਰ 2009 ਦੀ ਗੱਲ ਹੈਗੀ ਆ। ਮੇਰੀ ਡਿਸਟ੍ਰਿਕਟ ਟ੍ਰੇਨਿੰਗ ਜਿਹੜੀ ਹੈ, ਪ੍ਰੈਕਟੀਕਲ ਟ੍ਰੇਨਿੰਗ, ਉਹ ਪੂਰੀ ਹੋ ਗਈ ਸੀ। ਉਸ ਤੋਂ ਬਾਅਦ ਅਸੀਂ ਆਪਣੀ ਅਕੈਡਮੀ 'ਚ ਵਾਪਸ ਆਉਣੇ ਆ, ਫੇਜ਼ 2 ਕਹਿੰਦੇ ਆ ਜਿਹਨੂੰ। 2 ਸਤੰਬਰ ਨੂੰ ਕੀ ਹੋਇਆ ਸੀ, ਜਦੋਂ ਮੈਂ ਡਿਸਟ੍ਰਿਕਟ ਟ੍ਰੇਨਿੰਗ ਤੋਂ ਬਾਅਦ ਅਕੈਡਮੀ 'ਚ ਆ ਕੇ, ਅਕੈਡਮੀ ਦੀ 20-22 ਦਿਨ ਦੀ ਟ੍ਰੇਨਿੰਗ ਹੁੰਦੀ ਹੈ, ਉਹ ਖ਼ਤਮ ਕਰਕੇ ਫਿਰ ਤੋਂ
ਸਟੇਟ ਜੁਆਇਨ ਕਰ ਲੈਣਾ। ਤਾਂ ਉਦੋਂ ਇਹ ਘਟਨਾ ਵਾਪਰਦੀ ਹੈ, ਮੰਦਭਾਗੀ ਘਟਨਾ। ਉਹਦੇ ਵਿੱਚ ਡਾਕਟਰ YS ਰਾਜਸ਼ੇਖਰ ਰੈੱਡੀ ਜੋ ਉਦੋਂ ਦੇ ਮੁੱਖ ਮੰਤਰੀ ਸੀ, ਉਹਨਾਂ ਦੇ ਨਾਲ ਉਹਨਾਂ ਦੇ ਪ੍ਰਿੰਸੀਪਲ ਸੈਕਟਰੀ ਸੀ ਮਿਸਟਰ ਸੁਬਰਮਨੀਅਮ, ਤੇ 2 ਪਾਇਲਟ ਵੀ ਸੀ, ਇੱਕ ਉਹਨਾਂ ਦੇ ਵੈਸਲੀ ਸਾਹਿਬ ਚੀਫ ਸਿਕਿਉਰਿਟੀ ਆਫੀਸਰ ਵੀ ਸੀਗੇ। ਅੱਛਾ। ਤਾਂ ਇਹ 5 ਜਾਣੇ ਜੋ ਸੀ, ਹੈਦਰਾਬਾਦ ਤੋਂ ਚੌਪਰ ਜਾਂਦਾ ਹੈ ਸ੍ਰੀ ਸੈਲਮ ਵੱਲ, ਉੱਥੋਂ ਫਿਰ ਤਿਰੂਪਤੀ ਵਾਲੇ ਪਾਸਿਓਂ ਚਿੱਤੂਰ ਡਿਸਟ੍ਰਿਕਟ ਦੇ ਵਿੱਚ ਵਾਲੇ ਪਾਸਿਓਂ ਸੌਟੀ ਕੱਢ ਕੇ ਵਾਪਸ ਆਉਣ ਦਾ ਇੱਕ ਉਹਨਾਂ ਦਾ ਸੀਗਾ ਪ੍ਰੋਗਰਾਮ, ਪਰ ਜੋ ਕਿ ਪੂਰਾ ਨਹੀਂ ਹੋ ਸਕਿਆ। ਕਰਨੂਲ ਡਿਸਟ੍ਰਿਕਟ ਦੇ ਵਿੱਚ ਹੀ ਰਸਤੇ ਦੇ ਵਿੱਚ ਨੱਲਾ ਮੱਲਾ ਕਰਕੇ ਜੰਗਲ ਹੈ, ਉੱਥੋਂ ਦੇ ਜੰਗਲਾਂ ਦੇ ਵਿੱਚ ਜੋ ਚੌਪਰ ਹੈ, ਹੈਲੀਕਾਪਟਰ ਹੈ, ਉਹ ਕ੍ਰੈਸ਼ ਹੋ ਜਾਂਦਾ। ਤਾਂ ਗ੍ਰੇਹਾਊਂਡਸ ਦੇ ਵਿੱਚ ਮੈਂ ਪੋਸਟਡ ਸੀਗਾ, ਉੱਥੇ ਕੰਮ ਕਰਨ ਦਾ ਮੌਕਾ ਮਿਲਿਆ, ਤੇ 에ਅਰ ਫੋਰਸ ਦੀ ਟੁਕੜੀ ਦੇ ਨਾਲ ਅਸੀਂ ਜਾ ਕੇ, ਮੈਂ ਤੇ ਕਾਸਿਮ ਅਲੀ, ਜਿਹੜਾ ਤੁਹਾਨੂੰ ਦਿੱਤਾ ਨਾਲ, ਹਾਂ, ਹੌਲਦਾਰ, ਬਿਲਕੁਲ ਉਹਨਾਂ ਦਾ ਨਾਮ ਕਾਸਿਮ ਅਲੀ ਸੀ। ਅਸੀਂ ਹਮੇਸ਼ਾ ਟੱਚ 'ਚ ਵੀ ਰਹਿੰਦੇ ਹਾਂ, ਤੇ ਦੋਨਾਂ ਨੇ ਚੰਗੀ ਭੂਮਿਕਾ ਨਿਭਾਈ। ਤੇ CM ਸਾਹਿਬ ਦੀ ਜੋ 1 ਦਿਨ ਹੋ ਚੁੱਕਿਆ ਸੀ, ਆਲਮੋਸਟ 1 ਦਿਨ ਹੋ ਚੁੱਕਿਆ ਸੀ, ਇਹ ਨਹੀਂ ਸੀ ਲੱਗ ਰਿਹਾ ਕਿ CM ਸਾਹਿਬ ਹਜੇ ਜਿਉਂਦੇ ਹੈ ਜਾਂ ਕੋਈ ਘਟਨਾ ਵਾਪਰ ਗਈ ਜਾਂ ਕੀ ਹੋ ਗਿਆ। ਤਾਂ ਉਸ ਚੀਜ਼ ਦਾ ਖੁਲਾਸਾ ਹੋ ਗਿਆ ਸੀ, ਫਾਈਨਲੀ ਪਤਾ ਲੱਗ ਗਿਆ। 3 ਸਤੰਬਰ 2009 ਨੂੰ ਸਵੇਰ 8:15 ਵਜੇ ਅਸੀਂ ਸਪੌਟ ਤੇ ਪਹੁੰਚ ਗਏ ਸੀ ਜੀ। ਇਹ ਬੜੇ ਦੁਖਦਾਈ ਪਲ ਸੀ ਕਿ ਡੈੱਡ ਬਾਡੀਆਂ ਨੂੰ ਪੰਡਾ ਬੰਨ੍ਹ ਕੇ ਚਾਦਰਾਂ ਰਾਹੀਂ ਹੈਲੀਕਾਪਟਰ ਤੇ ਪਹੁੰਚਾਉਣਾ ਤੁਹਾਡਾ ਆਰਟੀਕਲ ਭੁੱਲ ਨਹੀਂ ਸਕਦਾ। ਬਿਲਕੁਲ। ਔਰ ਉਸ ਤੋਂ ਬਾਅਦ ਤੇਲੰਗਾਨਾ ਦੇ ਵਿੱਚ ਜਿਹੜੀਆਂ ਪ੍ਰਸਥਿਤੀਆਂ ਸੀਗੀਆਂ, ਆਰਥਿਕ ਪ੍ਰਸਥਿਤੀਆਂ ਜਾਂ ਸਮਾਜਿਕ ਪ੍ਰਸਥਿਤੀਆਂ, ਇਹ ਵੀ ਪ੍ਰਭਾਵਿਤ ਹੋਈਆਂ ਉੱਥੇ ਦੇਖੋ, ਸਭ ਤੋਂ ਪਹਿਲਾਂ ਤਾਂ ਉੱਥੇ ਪੋਲੀਟੀਕਲ ਜਿਹੜੀ ਪਰਿਸਥਿਤੀ ਹੈ, ਰਾਜਨੀਤਿਕ, ਉਹ ਬਹੁਤ ਜ਼ਿਆਦਾ ਪ੍ਰਭਾਵਿਤ ਹੋਈ। ਉਦੋਂ ਬਾਅਦ ਫਿਰ ਸਟੇਟ ਦੇ ਡਿਵੀਜ਼ਨ ਦੀ ਵੀ ਗੱਲ ਚੱਲਦੀ ਰਹੀ। 2014 ਦੇ ਵਿੱਚ ਜਾ ਕੇ ਸਟੇਟ ਜਿਹੜਾ ਹੈ ਉਹ ਬਾਈਫਰਕੇਟ ਹੋ ਗਿਆ, ਵੱਖ-ਵੱਖ ਹੋ ਗਏ। ਤੇਲੰਗਾਨਾ ਅਲੱਗ ਹੋ ਗਿਆ, ਆਂਧਰਾ ਪ੍ਰਦੇਸ਼ ਅਲੱਗ ਹੋ ਗਿਆ, ਤੇ ਹੁਣ ਹੈਦਰਾਬਾਦ ਜਿਹੜੀ ਹੈ ਉਹ ਰਾਜਧਾਨੀ ਹੈ ਜੀ ਤੇਲੰਗਾਨਾ ਦੀ। ਮੈਨੂੰ 2014 ਦੇ ਵਿੱਚ ਸਟੇਟ ਵੱਖ-ਵੱਖ ਹੋਣ ਤੋਂ ਬਾਅਦ ਤੇਲੰਗਾਨਾ ਅਲਾਟ ਹੋ ਗਿਆ ਸੀ, ਤਾਂ ਹੁਣ ਮੇਰਾ ਤੇਲੰਗਾਨਾ ਕਾਡਰ ਹੈ। ਗੱਲਾਂ ਬਾਤਾਂ ਦਾ ਸਿਲਸਿਲਾ ਜਾਰੀ ਹੈ ਸ਼੍ਰੀ ਵਿਕਰਮਜੀਤ ਦੁੱਗਲ IPS SSP ਪਟਿਆਲਾ ਦੇ ਨਾਲ, ਜਿਹੜੇ ਕਿ ਤੇਲੰਗਾਨਾ ਦੀਆਂ ਗੱਲਾਂ ਸੁਣਾ ਰਹੇ ਨੇ, ਆਂਧਰਾ ਪ੍ਰਦੇਸ਼ ਦੀਆਂ ਗੱਲਾਂ ਸੁਣਾ ਰਹੇ ਨੇ। ਬੜੀਆਂ ਰੌਚਕ ਨੇ ਇਹਨਾਂ ਦੀਆਂ ਗੱਲਾਂ। ਔਰ ਇੱਕ ਬ੍ਰੇਕ ਤੋਂ ਬਾਅਦ ਜਲਦੀ ਤੁਹਾਡੀ ਸੇਵਾ 'ਚ ਹਾਜ਼ਰ ਹੁੰਦੇ ਹਾਂ। ਜੁੜੇ ਰਹਿਣਾ ਸਾਡੇ ਨਾਲ। ਦੋਸਤੋ, ਪ੍ਰੋਗਰਾਮ ਹੈ ਕੋਲ ਬੈ ਕੇ ਸੁਣ ਸੱਜਣਾ ਤੇ ਪੰਜਾਬੀ ਨੈਸ਼ਨਲ TV ਤੁਸੀਂ ਦੇਖ ਰਹੇ ਹੋ। ਵਿਕਰਮਜੀਤ ਦੁੱਗਲ IPS ਔਰ ਪੰਜਾਬ ਤੋਂ ਜਾ ਕੇ ਆਂਧਰਾ ਪ੍ਰਦੇਸ਼ ਤੇ ਤੇਲੰਗਾਨਾ 'ਚ ਪੰਜਾਬੀ ਦਾ ਮਾਣ ਵਧਾਉਣ ਵਾਲੇ ਸ਼ਖਸ ਅੱਜ ਕੱਲ੍ਹ SSP ਪਟਿਆਲਾ, ਉਹਨਾਂ ਦੇ ਨਾਲ ਗੱਲਾਂ ਬਾਤਾਂ। ਦੁੱਗਲ ਸਾਹਿਬ, ਤੁਹਾਡੀਆਂ ਗੱਲਾਂ ਰੌਚਕ ਨੇ ਔਰ ਕਾਫੀ ਜਾਣਕਾਰੀ ਜਿਹੜੀ ਸਾਡੇ ਦਰਸ਼ਕਾਂ ਨੂੰ ਨਹੀਂ ਹੈ ਉਹ ਵੀ ਮਿਲ ਰਹੀ ਹੈ। ਤਾਂ ਮੈਂ ਜਦੋਂ ਤੁਹਾਡੇ ਕੋਲ ਗਿਆ ਤੇਲੰਗਾਨਾ ਦੇ ਵਿੱਚ, ਉੱਥੇ ਮੈਂ ਇੱਕ ਵੱਖਰੀ ਤਰ੍ਹਾਂ ਦੇ ਸੰਸਕਾਰ ਤੇ ਵੱਖਰੀ ਤਰ੍ਹਾਂ ਦਾ ਸੱਭਿਆਚਾਰ ਤੇ ਲੋਕਾਂ ਦਾ ਜਿਹੜਾ ਜੀਵਨ ਹੈ ਉਹ ਦੇਖਿਆ। ਲੋਕ ਬੜੇ ਭੋਲੇ ਭਾਲੇ ਜਿਹੇ ਹੈ। ਕੀ ਕਹਿਣਾ ਚਾਹੁੰਦੇ ਹੋ ਲੋਕਾਂ? ਦੇਖੋ, ਮੈਂ ਇਹ ਜ਼ਰੂਰ ਕਹਿਣਾ ਚਾਹੂੰਗਾ ਕਿ ਸਭ ਤੋਂ ਪਹਿਲਾਂ ਤਾਂ ਮਿਹਰਬਾਨੀ, ਤੁਸੀਂ ਇਹ ਲਫ਼ਜ਼ ਯੂਜ਼ ਕੀਤੇ। ਉੱਥੇ ਜੋ ਮੈਂ ਦੇਖਿਆ, ਜੋ ਪੰਜਾਬ ਦੇ ਵਿੱਚ ਨਹੀਂ ਹੈ, ਕਈ ਜ਼ਿਲ੍ਹਿਆਂ ਦੇ ਵਿੱਚ 45% ਜਿਹੜਾ ਹੈ ਉਹ ਜੰਗਲ ਲੱਗਦਾ ਹੈ। ਖਾਸ ਤੌਰ ਤੇ ਉਹ ਜ਼ਿਲ੍ਹੇ ਜਿਨ੍ਹਾਂ ਦੇ ਵਿੱਚ ਜਿਹੜੇ ਕਿ ਬਾਰਡਰ ਵਾਲੇ ਡਿਸਟ੍ਰਿਕਟ ਹੈਗੇ ਆ, ਭਾਵੇਂ ਉਹ ਛੱਤੀਸਗੜ੍ਹ ਨਾਲ ਜੁੜਦੇ ਹੋਣ, ਉੜੀਸਾ ਨਾਲ ਜੁੜਦੇ ਹੋਣ, ਜਾਂ ਮਹਾਰਾਸ਼ਟਰ ਨਾਲ ਜੁੜਦੇ ਹੋਣ, ਜਾਂ ਕਰਨਾਟਕਾ ਨਾਲ ਜੁੜਦੇ ਹੋਣ। ਗੋਦਾਵਰੀ ਪ੍ਰਣਹਿਤਾ ਜਿਹੜੀਆਂ ਨਦੀਆਂ ਉਹਨਾਂ ਦੇ ਨਾਲ ਜੁੜਦੇ ਜ਼ਿਲ੍ਹਿਆਂ ਦੇ ਵਿੱਚ ਇਸ ਤਰ੍ਹਾਂ ਦੀ ਸਿਚੁਏਸ਼ਨ ਹੈਗੀ ਹੈ। ਉੱਥੇ ਹਿਲਸ ਵੀ ਹੈਗੇ ਆ, ਛੋਟੇ ਛੋਟੇ ਪਹਾੜੀਆਂ ਵੀ ਹੈਗੀਆਂ, ਥੋੜ੍ਹੇ ਵੱਡੇ ਪਹਾੜ ਵੀ ਹੈਗੇ ਆ, ਜਿਹਨੂੰ ਆਪਾਂ ਈਸਟਰਨ ਘਾਟ ਦਾ ਪਾਰਟ ਕਹਿ ਦਿੰਦੇ ਹਾਂ, ਈਸਟਰਨ ਘਾਟ ਦਾ। ਉਹਨਾਂ ਡਿਸਟ੍ਰਿਕਟ ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਅਲੱਗ-ਅਲੱਗ ਟਰਾਈਬਸ ਰਹਿੰਦੀਆਂ ਹੈਗੀਆਂ, ਟਰਾਈਬਲ ਲੋਕ ਰਹਿੰਦੇ ਹੈਗੇ ਆ, ਬਹੁਤ ਹੀ ਭੋਲੇ ਭਾਲੇ। ਉਹ ਆਪਣੇ ਕਬੀਲਿਆਂ ਦੇ ਵਿੱਚੋਂ ਬਾਹਰ ਨਿਕਲਣ ਦੀ ਵੀ ਉਹਨਾਂ ਦਾ ਕੋਈ ਮਾਦਾ ਨਹੀਂ ਹੈਗਾ। ਜਿਨ੍ਹਾਂ ਨੇ ਪਿੰਡ ਸ਼ਹਿਰ ਹੀ ਨਹੀਂ ਵੇਖੇ, ਉਹਨਾਂ ਨੇ ਆਪਣੇ ਜ਼ਿਲ੍ਹੇ ਹੈੱਡਕੁਆਟਰ ਵੀ ਨਹੀਂ ਦੇਖੇ ਕਦੇ। ਅੱਛਾ ਜੀ। ਤਾਂ ਇਸ ਤਰ੍ਹਾਂ ਦੀ ਸਿਚੁਏਸ਼ਨ ਵੀ ਮੈਨੂੰ ਦੇਖਣ ਨੂੰ ਮਿਲੀ, ਜੋ ਕਿ ਪੰਜਾਬ ਦੇ ਵਿੱਚ ਪੋਸੀਬਲ ਨਹੀਂ ਹੈ। ਆਪਾਂ ਗੱਲ ਕਰ ਰਹੇ ਹਾਂ ਪੰਜਾਬ ਵਰਸਸ
ਆਂਧਰਾ ਪ੍ਰਦੇਸ਼ ਜਾਂ ਤੇਲੰਗਾਨਾ ਦੇ ਜ਼ਿਲ੍ਹੇ। ਜੇ ਆਪਾਂ ਹੈਦਰਾਬਾਦ ਵਾਲੇ ਪਾਸੇ ਆ ਜਾਈਏ ਫਿਰ ਆਪਾਂ ਨੂੰ ਇਹ ਲੱਗਦਾ ਕਿ ਮੈਟਰੋ ਸਿਟੀ ਹੈ, ਉੱਥੇ ਆਪਾਂ ਨੂੰ ਉਹੋ ਜਿਹੀ ਗਰੀਬੀ ਓਬਵੀਅਸਲੀ ਨਹੀਂ ਵੇਖਣ ਨੂੰ ਮਿਲੂਗੀ। ਆਪਾਂ ਨੂੰ ਇਹ ਲੱਗੂਗਾ ਕਿ ਇਹ ਬਿਲਕੁਲ ਮੈਟਰੋਪੋਲੀਟਨ ਸਿਟੀ ਹੈ, ਇੱਥੋਂ ਦੇ ਲੋਕ ਪੜ੍ਹੇ ਲਿਖੇ, ਸਭ ਕੁਝ ਠੀਕ ਠਾਕ ਹੈ, ਜਿਵੇਂ ਨਾਰਮਲ ਕੋਈ ਵੀ ਮੈਟਰੋ ਹੁੰਦੀ ਹੈ। ਪਰ ਜਿਵੇਂ ਜਿਵੇਂ ਆਪਾਂ ਇੰਟੀਰੀਅਰ ਦੇ ਵਿੱਚ ਜਾਵਾਂਗੇ ਜਾਂ ਬਾਰਡਰ ਏਰੀਆ ਦੇ ਵੱਲ ਜਾਵਾਂਗੇ, ਉੱਥੇ ਆਪਾਂ ਨੂੰ ਟਰਾਈਬਲ ਵੇਖਣ ਨੂੰ ਮਿਲਦੇ ਆ। ਉੱਥੇ ਨਕਸਲਵਾਦ ਵੀ ਦੇਖਣ ਨੂੰ ਮਿਲਿਆ, ਮਾਓਵਾਦੀ ਜੀ, ਮਾਓਵਾਦ ਕਹਿ ਲਓ ਜਾਂ ਨਕਸਲਵਾਦ ਕਹਿ ਲਓ ਜਾਂ ਐਕਸਟ੍ਰੀਮਿਸਟ ਕਹਿ ਲਓ, ਅਲੱਗ-ਅਲੱਗ ਨਾਵਾਂ ਨਾਲ ਬੁਲਾਇਆ ਜਾਂਦਾ ਹੈ। LWE ਵੀ ਕਹਿ ਦਿੰਦੇ ਹੈਗੇ ਆ, ਲੈਫਟ ਵਿੰਗ ਐਕਸਟ੍ਰੀਮਿਜ਼ਮ ਦਾ ਨਾਮ ਇਹਨੂੰ ਦਿੱਤਾ ਜਾਂਦਾ। ਤਾਂ ਇੱਕ ਚੰਗਾ ਐਕਸਪੋਜ਼ਰ ਸੀਗਾ। ਜਿਵੇਂ ਤੁਸੀਂ ਕਿਹਾ ਕਿ ਭੋਲੇ ਭਾਲੇ ਲੋਕ ਹੈ, ਜਿਹੜੇ ਟਰਾਈਬਲ ਯੂਥ ਹੈ ਉਹ ਬਹੁਤ ਜ਼ਿਆਦਾ ਭੋਲਾ ਹੈ, ਇਸ ਕਰਕੇ ਉਹਨਾਂ ਨੂੰ ਵਰਗਲਾ ਕੇ ਮਾਓਵਾਦੀਆਂ ਨੇ, ਨਕਸਲਵਾਦੀਆਂ ਨੇ ਬੜੀ ਵਾਰੀ ਉਹਨਾਂ ਨੂੰ ਰਿਕਰੂਟ ਕੀਤਾ। ਉਹਨਾਂ ਦੇ ਹੱਥ ਦੇ ਵਿੱਚ ਕਲਮ ਦੀ ਥਾਂ ਤੇ ਬੰਦੂਕ ਜਾਂ ਹਥਿਆਰ ਫੜਾਉਣ ਦੀ ਗੱਲ ਕੀਤੀ। ਤਾਂ ਸਾਨੂੰ ਇਹ ਹੁੰਦਾ ਸੀਗਾ ਕਮਿਊਨਿਟੀ ਪੁਲਿਸਿੰਗ ਦਾ ਜਿਹੜਾ ਕਨਸੈਪਟ ਹੈ ਉਹ ਆਂਧਰਾ ਪ੍ਰਦੇਸ਼ ਤੇਲੰਗਾਨਾ ਦੇ ਵਿੱਚ ਬਹੁਤ ਜ਼ਿਆਦਾ ਪ੍ਰਵੇਲ ਕਰਦਾ। ਉਹਦੇ 'ਚ ਇਹ ਹੈ ਕਿ ਜੇ ਤੁਸੀਂ ਜਾਓਗੇ, ਉਹਨਾਂ ਨੂੰ ਮਿਲੋਗੇ, ਭਾਵੇਂ ਦੂਰ ਦਰਾਜ ਜੰਗਲਾਂ ਦੇ ਵਿੱਚ ਜਾ ਕੇ ਤੁਹਾਨੂੰ ਛੋਟੀਆਂ ਛੋਟੀਆਂ ਹੈਮਲੇਟਸ ਜਿਹੜੀਆਂ ਢਾਣੀਆਂ ਪਿੰਡ ਹੈ ਉੱਥੇ ਜਾਣਾ ਪਵੇ, ਜੇ ਰੋਡ ਨਹੀਂ ਵੀ ਹੈਗੀ, ਸੜਕ ਨਹੀਂ ਵੀ ਹੈਗੀ, ਤਾਂ ਤੁਹਾਨੂੰ ਬਾਈ ਵਾਕ ਜਾਣਾ ਪਵੇ, 15-15 ਕਿਲੋਮੀਟਰ ਦੀ ਵਾਕ ਕਰਕੇ ਜਾਣਾ ਪਵੇ। ਪਰ ਯੰਗ ਆਫੀਸਰਸ ਨੂੰ, ਈਵਨ IPS ਆਫੀਸਰਸ ਨੂੰ ਖਾਸ ਤੌਰ ਤੇ ਉਹ ਜਾਣਾ ਚਾਹੀਦਾ, ਜਾਣਾ ਪੈਂਦਾ। ਅਤੇ ਮੇਰੇ ਵਾਸਤੇ ਬਹੁਤ ਚੰਗਾ ਐਕਸਪੋਜ਼ਰ ਸੀਗਾ ਕਿ ਮੈਂ ਉੱਥੇ ਗਿਆ ਵੀ ਅਤੇ ਉਹਨਾਂ ਮੁੰਡਿਆਂ ਨਾਲ ਇੱਕ ਚੰਗੀ ਸਾਂਝ ਪਈ, ਜਿਹਦੇ ਕਰਕੇ ਕਿ ਬਹੁਤ ਇੱਕ ਚੰਗਾ ਮੈਸੇਜ ਗਿਆ। ਮੈਂ ਵਿਸ਼ਾਖਾਪਟਨਮ SSP ਹੁੰਦਾ ਸੀ 2013-14 ਦੇ ਵਿੱਚ। 2014 'ਚ ਫਿਰ ਇਲੈਕਸ਼ਨ ਵੀ ਆਉਣਾ ਸੀਗਾ, ਉਹਨੂੰ ਮੱਦੇਨਜ਼ਰ ਰੱਖਦੇ ਹੋਏ ਵੀ ਅਸੀਂ ਪਹਿਲਾਂ ਅਪਰੋਚ ਕਰ ਲਈਏ ਤਾਂ ਉਹ ਸਾਡੇ ਵੱਲ ਨੂੰ ਆ ਜਾਣਗੇ। ਸਾਨੂੰ ਅਸੀਂ ਗਵਰਨਮੈਂਟ ਅਪਰੋਚ ਕਰ ਲਏ ਜਾਂ ਮਾਓਵਾਦੀ ਅਪਰੋਚ ਕਰ ਲਾਂ। ਜੇ ਅਸੀਂ ਅਪਰੋਚ ਕਰਦੇ ਹਾਂ ਤਾਂ ਸਾਡੇ ਵੱਲ ਨੂੰ ਆ ਜਾਣਗੇ, ਜੇ ਮਾਓਵਾਦੀ ਅਪਰੋਚ ਕਰਦੇ ਤਾਂ ਉਹਨਾਂ ਵੱਲ ਨੂੰ ਚਲੇ ਜਾਣਗੇ, ਕਿਉਂ ਨਾ ਅਸੀਂ ਅਪਰੋਚ ਕਰੀਏ। ਤਾਂ ਉਹਦੇ ਚਲਦੇ ਉਹਦਾ ਬਹੁਤ ਚੰਗਾ ਸਿੱਟਾ ਨਿਕਲਿਆ ਸੀ। 71% ਵੋਟਿੰਗ ਹੋਈ ਸੀ, ਕਿਉਂਕਿ ਮਾਓਵਾਦੀਆਂ ਨੇ ਕਾਲ ਦਿੱਤੀ ਸੀ 2014 ਦੇ ਵਿੱਚ ਕਿ ਅਸੀਂ ਵੋਟਿੰਗ ਨਹੀਂ ਹੋਣ ਦੇਵਾਂਗੇ। 70% ਤਾਂ ਬਹੁਤ ਸੀ ਜੀ, ਬਹੁਤ ਚੰਗੀ ਵੋਟਿੰਗ ਹੋਈ ਸੀ। ਕਿਉਂਕਿ ਪੁਲਿਸ ਨੇ ਇੱਕ ਰਵੱਈਆ ਅਪਣਾਇਆ ਸੀ, ਉਹਨੂੰ ਅਸੀਂ ਸਦਭਾਵਨਾ ਯਾਤਰਾ ਦਾ ਨਾਮ ਦਿੱਤਾ ਸੀ, ਪੀਸ ਮਾਰਚ। ਸਦਭਾਵਨਾ ਯਾਤਰਾ ਦੇ ਵਿੱਚ ਕੀ ਸੀ, ਅਸੀਂ ਯਾਤਰਾ ਕਰਦੇ ਸੀ, ਪਿੰਡਾਂ ਦੇ ਵਿੱਚ ਜਾਂਦੇ ਸੀ ਬਾਏ ਵਾਕ, ਸਾਰੇ ਪੁਲਿਸ ਅਫਸਰਾਂ ਜਿੰਨੇ ਵੀ ਸੀ। ਵੱਧ ਤੋਂ ਵੱਧ ਸਾਡਾ ਇਹ ਸੀ ਟੀਚਾ ਕਿ ਅਸੀਂ ਪਿੰਡਾਂ ਦੇ ਵਿੱਚ ਜਾਣਾ, ਪਿੰਡਾਂ ਨੂੰ ਕਵਰ ਕਰਨਾ, ਅਸੀਂ ਆਪਣਾ ਮੈਸੇਜ ਲਾਉਣਾ ਕਿ ਗਵਰਨਮੈਂਟ ਤੁਹਾਡੇ ਲਈ ਖੜੀ ਹੈ ਅਤੇ ਗਵਰਨਮੈਂਟ ਤੁਹਾਨੂੰ ਕੀ ਆਫਰ ਕਰ ਸਕਦੀ। ਉਹ ਅਸੀਂ ਕਲੀਅਰ ਮੈਸੇਜ ਲੈ ਕੇ ਯੂਥ ਕੋਲੇ ਜਾਂਦੇ ਸੀ। ਉਹਦੇ ਨਾਲ ਸਾਨੂੰ ਇੱਕ ਚੰਗਾ ਉਹਦਾ ਰਿਜ਼ਲਟ ਮਿਲਿਆ, ਉਹ ਦੇਖਣ ਨੂੰ ਮਿਲਿਆ, ਜਿਹੜੀ VOTING ਪਰਸੈਂਟੇਜ ਹੋਈ। ਜੀ ਗੁਲ ਸਾਹਿਬ, ਤੁਹਾਡਾ ਇੱਕ ਲੇਖ ਪੜ੍ਹਿਆ ਸੀ ਮੈਂ, ਬੜਾ ਪਿਆਰਾ ਸੀ। ਉਹਦੇ 'ਚ ਤੁਸੀਂ ਜ਼ਿਕਰ ਕੀਤਾ ਕਿ ਇਸ ਤਰ੍ਹਾਂ ਦੇ ਲੋਕ ਜਿਨ੍ਹਾਂ ਨੇ ਸ਼ਹਿਰ ਨਹੀਂ ਸੀ ਵੇਖਿਆ, ਉਹਨਾਂ ਨੂੰ ਤੁਸੀਂ ਬੱਸਾਂ 'ਚ ਬਹਾ ਕੇ ਪਹਿਲੀ ਵਾਰੀ ਨੰਗੇ ਪੈਰੀਂ, ਵੱਡੇ ਵੱਡੇ ਜੂੜੇ ਸਿਰਾਂ ਤੇ ਦਾੜੀਆਂ ਔਰ ਅੱਧੇ ਨੰਗੇ ਵਿਚਾਰੇ ਬਿਮਾਰ, ਲਾਚਾਰ, ਬੇਸਹਾਰਾ, ਉਹਨਾਂ ਨੂੰ ਤੁਸੀਂ ਬੱਸਾਂ 'ਚ ਭਰ ਕੇ ਸ਼ਹਿਰ ਲਿਆਏ। ਉੱਥੇ ਫਿਰ ਉਹਨਾਂ ਨੂੰ ਕਿਵੇਂ ਨਵਾਇਆ ਧਵਾਇਆ, ਕਿਵੇਂ ਖਾਣੇ ਖਵਾਏ, ਕਿਵੇਂ ਢੋਲ ਵਜਾਏ, ਕਿਵੇਂ ਐਂਟਰਟੇਨਮੈਂਟ ਕੀਤਾ, ਯਾਨੀ ਸੁਪਨਾ ਵੀ ਨਹੀਂ ਸੀ ਸ਼ਹਿਰ ਉਹਨਾਂ ਲੋਕਾਂ ਵਾਸਤੇ। ਇਹਦੇ ਬਾਰੇ ਜ਼ਰੂਰ ਦੱਸੋ। ਜੀ, ਇਹ ਨਿੰਦਰ ਜੀ ਗੱਲ ਹੈਗੀ ਹੈ ਅਲੱਗ-ਅਲੱਗ ਜ਼ਿਲ੍ਹਿਆਂ ਦੀ। ਅਸੀਂ ਇੱਕ ਮਿਸ਼ਨ ਸ਼ੁਰੂ ਕੀਤਾ ਸੀ, ਉਹਨੂੰ ਅਸੀਂ ਪ੍ਰੋਜੈਕਟ ਪੁਨਰ ਜਨਮਾਂ ਦਾ ਨਾਮ ਦਿੱਤਾ ਸੀ, ਜਾਂ ਆਪਰੇਸ਼ਨ ਪੁਨਰ ਜਨਮਾਂ ਦਾ ਨਾਮ ਦਿੱਤਾ ਸੀ। ਉਹਦੇ ਵਿੱਚ ਜਿਹੜੇ ਅਤੀ ਗਰੀਬ ਜਾਂ ਜ਼ਰੂਰਤਮੰਦ ਲੋਕ ਹੈ, ਜਿਨ੍ਹਾਂ ਕੋਲ ਤਨ ਢੱਕਣ ਨੂੰ ਕੱਪੜਾ ਨਹੀਂ, ਖਾਣ ਨੂੰ ਇੱਕ ਬੁਰਕੀ ਤੱਕ ਨਹੀਂ ਹੈ, ਜਿਨ੍ਹਾਂ ਨੂੰ ਭੀਖ ਮੰਗਣ ਦਾ ਵੀ ਨਹੀਂ ਪਤਾ ਕਿ ਅਸੀਂ ਭੀਖ ਵੀ ਮੰਗ ਸਕਦੇ ਹਾਂ, ਉਸ ਲੈਵਲ ਦੇ ਜਿਹੜੀ ਗਰੀਬੀ ਹੈ, ਜੋ ਕਿ ਆਪਾਂ ਆਮ ਤੌਰ 'ਤੇ ਪਬਲਿਕ ਪਲੇਸਿਸ 'ਤੇ ਦੇਖਦੇ ਹਾਂ। ਜਿਵੇਂ ਆਪਾਂ ਸੁਬਾਹ ਵੀ ਗੱਲ ਕਰ ਰਹੇ ਸੀ, ਉਹਦੇ 'ਚ ਇਸ ਤਰ੍ਹਾਂ ਦੇ ਜਿਹੜੇ ਲੋਕ ਹੈ ਉਹਨਾਂ ਨੂੰ ਚੁਣ ਕੇ ਫਿਰ ਜ਼ਿਲ੍ਹਾ ਹੈੱਡਕੁਆਟਰ ਦੇ ਵਿੱਚ ਲਿਆ ਕੇ ਉਹਨਾਂ ਦਾ ਬਿਲਕੁਲ ਜਿਹੜਾ ਰੂਪ ਹੈ ਸੰਵਾਰਨਾ, ਉਹਨਾਂ ਨੂੰ ਨਹਾਉਣਾ ਧੋਣਾ
ਤੇ ਉਹਨਾਂ ਨੂੰ ਟੈਂਪਰੇਰੀ ਸ਼ੈਲਟਰ ਪ੍ਰੋਵਾਈਡ ਕਰਨੇ ਤਾਂ ਕਿ 2-3 ਮਹੀਨੇ ਤੱਕ ਉਹਨਾਂ ਦੀ ਯਾਦਾਸ਼ਤ ਵਗੈਰਾ ਵੀ ਵਾਪਸ ਆ ਸਕੇ। ਮੈਡੀਸਨ ਦਿੱਤੀਆਂ? ਬਿਲਕੁਲ। ਈਵਨ ਸਾਡੇ ਨਾਲ ਕਈ ਫੋਰਨ ਬੇਸਡ ਡਾਕਟਰਸ ਨੇ, ਅਮਰੀਕਾ ਦੇ ਡਾਕਟਰਾਂ ਨੇ ਵੀ ਸਾਡੇ ਨਾਲ ਸਾਂਝ ਪਾਈ, ਜਿਹਦੇ 'ਚ ਉਹਨਾਂ ਨੇ ਸਕਾਈਪ ਦੇ ਥਰੂ ਵੀਡੀਓ ਕਾਲਾਂ ਕਰ ਕਰਕੇ ਉਹਨਾਂ ਦਾ ਹਾਲ ਚਾਲ ਵੀ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਕਿ ਉਹਨਾਂ ਨੂੰ ਉਹਨਾਂ ਦੀ ਯਾਦਾਸ਼ਤ ਵਾਪਸ ਆ ਸਕੇ, ਉਹ ਆਪਣਾ ਐਡਰੈਸ ਦੱਸ ਸਕਣ। ਉਹ ਕਿੱਥੋਂ, ਕੋਈ ਝਾਰਖੰਡ ਤੋਂ ਚੜ੍ਹਿਆ, ਕੋਈ ਟ੍ਰੇਨ ਚੜ੍ਹ ਬੈਠਾ, ਕੋਈ ਵੈਸਟ ਬੰਗਾਲ ਤੋਂ ਚੜ੍ਹ ਬੈਠਾ, ਕੋਈ ਅਸਾਮ ਤੋਂ ਚੜ੍ਹ ਬੈਠਾ, ਆ ਗਏ ਪਲੇਟਫਾਰਮ ਤੇ ਬੈਠੇ ਹੈ, ਕੋਈ ਪੁੱਛਣ ਵਾਲਾ ਨਹੀਂ। ਜੇ ਉਹਨਾਂ ਦੀ ਮੌਤ ਵੀ ਹੁੰਦੀ ਹੈ ਤਾਂ ਵੀ ਕੋਈ ਪੁੱਛਣ ਵਾਲਾ ਨਹੀਂ। ਤਾਂ ਸਾਡਾ ਟੀਚਾ ਇਹ ਸੀਗਾ ਕਿ ਪੁਲਿਸ ਦਾ ਰੋਲ ਹੁੰਦਾ ਜਾਨ ਤੇ ਮਾਲ ਦਾ ਨੁਕਸਾਨ ਨਾ ਹੋਣ ਦੇਣਾ, ਇਹਨਾਂ ਦੀ ਰਾਖੀ ਕਰਨਾ। ਤੇ ਜਾਨ ਸਭ ਤੋਂ ਜ਼ਿਆਦਾ ਪ੍ਰੀਸ਼ੀਅਸ ਹੈ, ਸਭ ਤੋਂ ਜ਼ਿਆਦਾ ਕੀਮਤੀ ਹੈ ਪੁਲਿਸ ਦੇ ਮਹਿਕਮੇ ਵਾਸਤੇ, ਉਹਨੂੰ ਬਚਾਉਣਾ। ਤੇ ਇਹ ਪੁਲਿਸ ਦਾ ਹੀ ਕੰਮ ਹੈ ਕਿ ਇਹਨਾਂ ਦੀ ਜਾਨ ਬਚਾਈ ਜਾਵੇ, ਪ੍ਰੋਐਕਟਿਵਲੀ ਬਚਾਈ ਜਾਵੇ, ਪ੍ਰੀਵੈਂਟ ਕੀਤਾ ਜਾਵੇ ਕਿ ਕੋਈ ਇਹੋ ਜਿਹੀ ਮੰਦਭਾਗੀ ਘਟਨਾ ਨਾ ਹੋਵੇ। ਸਾਨੂੰ ਸਿੱਟੇ ਚੰਗੇ ਮਿਲੇ, ਤਕਰੀਬਨ 450 2012 ਤੋਂ ਅਸੀਂ ਸਟਾਰਟ ਕੀਤਾ ਸੀ ਤੇ 2018 ਤੱਕ ਆਉਂਦੇ ਮੈਨੂੰ ਯਾਦ ਹੈ ਸਾਡੇ ਜ਼ਿਲ੍ਹਿਆਂ ਦੇ ਵਿੱਚ ਅਸੀਂ 450 ਜਾਣੇ ਜਿਹੜੇ ਹੈ ਉਹ ਇਸ ਤਰ੍ਹਾਂ ਦੇ ਲਾਚਾਰ ਜਿਹੜੇ ਸੀਗੇ ਉਹ ਉਹਨਾਂ ਦੀਆਂ ਫੈਮਲੀਆਂ ਦੇ ਨਾਲ ਵਾਪਸ ਜੁਆਇਨ ਕਰਦੇ। ਇੱਕ ਤੁਸੀਂ ਹੋਰ ਜ਼ਿਕਰ ਕੀਤਾ ਸੀ ਬੜਾ ਪਿਆਰਾ ਕਿ ਇੱਕ ਜੰਗਲ ਹੈ ਔਰ ਨਦੀ ਚੀਰ ਕੇ ਜਾਣਾ ਪੈਂਦਾ ਜੀ, ਨਦੀ ਚੀਰ ਕੇ ਲੋਕ ਜਿੱਥੇ ਵੀ ਜਾਂਦੇ ਵਿਚਾਰੇ ਜੀ, ਤੁਸੀਂ ਉੱਥੇ ਸੜਕ ਕਢਾਈ, ਬਿਜਲੀ ਲਿਆਂਦੀ, ਉਹ ਬੜਾ ਪਿਆਰਾ ਜਿਹਾ ਅਨੁਭਵ ਸੀ। ਉਹ ਕੀ ਸੀ? ਦੇਖੋ, ਉਹ ਆਦਿਲਾਬਾਦ ਜ਼ਿਲ੍ਹੇ ਦੇ ਵਿੱਚ ਜਦੋਂ ਮੈਂ SSP ਸੀ 2016 ਦੀ ਗੱਲ ਹੈ, ਉੱਥੇ ਗੁੰਡਾਲਾ ਕਰਕੇ ਇੱਕ ਪਿੰਡ ਹੈ। ਗੁੰਡਾਲਾ ਬਿਲਕੁਲ ਹਿੱਲੌਕ ਦੇ ਉੱਤੇ, ਪਹਾੜ ਦੇ ਉੱਪਰ ਬਣਿਆ ਹੋਇਆ ਪਿੰਡ ਹੈ। ਉੱਥੇ 7 ਢਾਣੀਆਂ। ਉਹਨੂੰ ਗੁੰਦਲਾ ਵੀ ਕਹਿ ਦਿੰਦੇ? ਗੁੰਦਲਾ ਨਹੀਂ, ਉਹਨੂੰ ਗੁੰਡਾਲਾ ਕਹਿੰਦੇ। ਗੁੰਡਾਲਾ ਦੇ ਵਿੱਚ ਜਿਹੜੇ ਲੋਕ ਆ ਉਹ ਵੀ ਬੜੇ ਮਾਸੂਮ ਹੈ। ਉਹਨਾਂ ਨੇ ਆਦਿਲਾਬਾਦ ਸ਼ਹਿਰ ਜਿਹੜਾ ਕਿ ਆਦਿਲਾਬਾਦ ਡਿਸਟ੍ਰਿਕਟ ਹੈੱਡਕੁਆਟਰ ਹੈ, ਉਹ ਨਹੀਂ ਸੀ ਉਹਨਾਂ ਨੇ ਕਦੇ ਦੇਖਿਆ। ਅੱਛਾ, ਉੱਥੇ ਹੀ ਰਹੀ ਗਏ? ਉੱਥੇ ਰਹੀ ਗਏ, ਕਦੇ ਨਹੀਂ ਸੀ ਆਏ। ਫਿਰ ਸਾਨੂੰ ਇਹ ਸੀ ਕਿ ਉੱਥੋਂ ਦੇ ਕਈ ਮਾਓਇਸਟ ਵੀ ਰਿਕਰੂਟ ਹੋ ਗਏ ਸੀ, ਜਿਨ੍ਹਾਂ ਨੂੰ 8-8 10-10 ਸਾਲ ਹੋ ਗਏ ਸੀ ਮਾਓਵਾਦੀ ਬਣੇ। ਤੇ ਸਾਨੂੰ ਇਹ ਸੀ ਕਿ ਕਿਉਂਕਿ ਇੱਥੇ ਗਵਰਨਮੈਂਟ ਪਹੁੰਚ ਨਹੀਂ ਪਾ ਰਹੀ, ਇੱਥੇ ਟੀਚਰ ਨਹੀਂ ਪਹੁੰਚ ਪਾ ਰਿਹਾ, ਇੱਥੇ ਡਾਕਟਰ ਨਹੀਂ ਪਹੁੰਚ ਪਾ ਰਿਹਾ ਸਰਕਾਰੀ, ਤਾਂ ਸ਼ਾਇਦ ਇਹ ਇਸ ਕਰਕੇ ਮਾਓਵਾਦੀਆਂ ਦੇ ਨਾਲ ਜੁੜ ਗਿਆ, ਕਿਉਂਕਿ ਮਾਓਵਾਦੀਆਂ ਨੇ ਜੰਗਲ ਆ ਕੇ ਉਹਨਾਂ ਨੂੰ ਅਪਰੋਚ ਕਰਨਾ, ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਦਿੰਦੇ ਸੀ ਪਿੰਡਾਂ 'ਚ ਜਾ ਕੇ ਉਹਨਾਂ ਨੂੰ। ਬਿਲਕੁਲ, ਉਹਨਾਂ ਨੂੰ ਅਪਰੋਚ ਕਰਨਾ। ਕਿਸੇ ਦਾ ਮੁੰਡਾ, ਉਹਨੂੰ ਮੋਟੀਵੇਟ ਕੀਤਾ ਕਿ ਆਹ ਫੜ ਬੰਦੂਕ, ਗਵਰਨਮੈਂਟ ਹੈ ਨਹੀਂ ਇੱਥੇ, ਗਵਰਨਮੈਂਟ ਨੇ ਤੇਰੇ ਵਾਸਤੇ ਕੁਝ ਨਹੀਂ ਕੀਤਾ। ਸਾਨੂੰ ਇਹ ਸੀ ਕਿ ਗਵਰਨਮੈਂਟ ਨੂੰ ਅਸੀਂ ਲੈ ਕੇ ਜਾਈਏ। ਇਸ ਕਰਕੇ ਅਸੀਂ ਇੱਕ ਸਟੈਪ ਲਿਆ ਜਿਹਦੇ ਵਿੱਚ ਕਿ ਸੜਕਾਂ ਬਣਾਉਣ ਦੇ ਮੁਹਿੰਮ ਚਲਾਈ। ਭਾਵੇਂ ਬਿਜਲੀ ਦੀ ਗੱਲ ਹੋਵੇ, ਸੜਕਾਂ ਦੀ, ਪਰ ਬਿਜਲੀ ਵੀ ਉਦੋਂ ਪਹੁੰਚੂਗੀ ਜੇ ਸੜਕਾਂ ਪਹੁੰਚਣਗੀਆਂ। ਬੇਸਿਕ ਨੈਸੈਸਿਟੀ ਹੈ ਸੜਕ। ਜੇ ਕਿਸੇ ਵੀ ਏਰੀਏ ਨੂੰ ਸੜਕ ਨਹੀਂ ਜਾਂਦੀ ਤਾਂ ਉੱਥੇ ਬਿਜਲੀ ਨਹੀਂ ਪਹੁੰਚ ਸਕਦੀ, ਪਾਣੀ ਨਹੀਂ ਪਹੁੰਚ ਸਕਦਾ, ਉੱਥੇ ਕੁਝ ਨਹੀਂ ਪਹੁੰਚ ਸਕਦਾ, ਉੱਥੇ ਐਜੂਕੇਸ਼ਨ ਨਹੀਂ ਪਹੁੰਚ ਸਕਦੀ, ਉੱਥੇ ਨਾਲੀਆਂ ਨਹੀਂ ਪਹੁੰਚ ਸਕਦੀਆਂ, ਉੱਥੇ ਕੋਈ ਕੰਮ ਕਰਨ ਨੂੰ ਨਹੀਂ ਜਾਊਗਾ। ਇਸ ਕਰਕੇ ਭਾਵੇਂ ਸਾਨੂੰ ਇਹ ਸੀ ਕਿ ਮੋਟਰੇਬਲ ਰੋਡ ਬਣ ਜੇ, ਕੱਚੀ ਰੋਡ ਭਾਵੇਂ ਬਣ ਜੇ, ਪਰ ਬਣ ਜੇ। ਉਹਨੂੰ ਸਾਹਮਣੇ ਰੱਖਦੇ ਹੋਏ ਉਹ 8-10 ਕਿਲੋਮੀਟਰ ਦਾ ਸਟ੍ਰੈਚ ਸੀ ਜਿਹੜਾ, ਉਹ ਬਣ ਗਿਆ। ਨਹੀਂ ਤਾਂ ਤਕਰੀਬਨ 14 ਘੰਟੇ ਲੱਗਦੇ ਸੀ ਉੱਥੇ ਪਹੁੰਚਣ ਨੂੰ, ਤੇ ਤਕਰੀਬਨ 10-15 ਮਿੰਟ ਦੇ ਵਿੱਚ ਜੇ ਆਪਾਂ ਕਹੀਏ ਤਾਂ ਪਹੁੰਚਣੇ ਸ਼ੁਰੂ ਹੋ ਗਏ ਤੇ ਇੱਕ ਚੰਗਾ ਐਕਸਪੋਜ਼ਰ ਸੀ। ਕੋਲ ਬੈ ਕੇ ਸੁਣ ਸੱਜਣਾ ਪ੍ਰੋਗਰਾਮ ਦੇਖ ਰਹੇ ਹੋ ਔਰ ਪੰਜਾਬੀ ਨੈਸ਼ਨਲ ਟੀਵੀ ਹੈ ਤੇ ਗੱਲਾਂ ਬਾਤਾਂ ਦਾ ਸਿਲਸਿਲਾ ਸ਼੍ਰੀ ਵਿਕਰਮਜੀਤ ਦੁੱਗਲ IPS SSP ਪਟਿਆਲਾ ਦੇ ਨਾਲ ਜਾਰੀ ਹੈ। ਰੌਚਕ ਕਿੱਸੇ ਨੇ ਤੇਲੰਗਾਨਾ ਦੇ, ਹੈਦਰਾਬਾਦ ਦੇ ਔਰ ਆਂਧਰਾ ਪ੍ਰਦੇਸ਼ ਦੇ। ਇੱਕ ਬ੍ਰੇਕ ਤੋਂ ਬਾਅਦ ਜਲਦੀ ਤੁਹਾਡੀ ਸੇਵਾ 'ਚ ਹਾਜ਼ਰ ਹੁੰਦੇ ਹਾਂ। ਕੋਲ ਬੈ ਕੇ ਸੁਣ ਸੱਜਣਾ ਸੁਣ ਰਹੇ ਹੋ ਔਰ ਸਾਡੇ ਕੋਲ ਬੈਠੇ ਨੇ ਸ਼੍ਰੀ ਵਿਕਰਮਜੀਤ ਦੁੱਗਲ IPS। ਤਾਂ ਦੁੱਗਲ ਸਾਹਿਬ, ਤੇਲੰਗਾਨਾ ਦੇ ਲੋਕਾਂ ਦੀ ਜੇ ਮੈਂ ਜਾ ਕੇ ਦੇਖਿਆ ਤੁਹਾਡੇ ਨਾਲ ਉੱਥੇ, ਔਰ ਘਰ ਦੇ ਬਾਹਰ ਜੁੱਤੀਆਂ ਲਾ ਕੇ, ਬੂਟ ਲਾ ਕੇ, ਜੇ ਕੋਈ IPS, ਤੁਸੀਂ ਵੀ ਗਏ, ਮੈਂ ਵੀ ਗਿਆ ਤੁਹਾਡੇ ਨਾਲ, ਯਾਨੀ ਬੂਟ ਬਾਹਰ ਲਾ ਕੇ ਫੇਰ ਐਂਟਰੀ ਘਰ ਦੇ ਅੰਦਰ ਹੁੰਦੀ ਹੈ।
ਜੇ ਤੁਹਾਡੇ ਦਫ਼ਤਰ ਲੋਕ ਆਉਂਦੇ ਨੇ, ਭਾਵੇਂ ਐਮਐਲਏ ਤੇ ਭਾਵੇਂ ਮਿਨਿਸਟਰ ਤੇ ਭਾਵੇਂ ਆਮ ਬੰਦਾ, ਉਹ ਵੀ ਆਪਦੇ ਜੁੱਤੇ ਬਾਹਰ ਉਤਾਰ ਕੇ ਐਸਐਸਪੀ ਦੇ ਦਫ਼ਤਰ ਜਾਂਦਾ, ਇਹ ਸੱਭਿਆਚਾਰ ਮੈਨੂੰ ਬੜਾ ਚੰਗਾ ਲੱਗਿਆ ਜੀ। ਇਹਦੇ ਬਾਰੇ ਕੁਝ ਦੇਖੋ, ਅਲੱਗ-ਅਲੱਗ ਏਰੀਏ ਦਾ, ਅਲੱਗ-ਅਲੱਗ ਰੀਜਨ ਦਾ ਅਲੱਗ-ਅਲੱਗ ਸੱਭਿਆਚਾਰ ਹੁੰਦਾ ਹੈ ਤੇ ਆਪਣੇ ਪੰਜਾਬ ਦਾ ਅਲੱਗ ਕਲਚਰ ਹੈ, ਉੱਥੋਂ ਦਾ ਅਲੱਗ ਕਲਚਰ ਹੈ। ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਕਿ ਲੋਕ ਭੋਲੇ ਹੈ, ਖਾਸ ਤੌਰ ਤੇ ਜਿੱਥੇ ਲੋਕ ਜ਼ਿਆਦਾ ਗਰੀਬੀ ਦੇਖਦੇ ਆ ਉੱਥੇ ਹੋਰ ਵੀ ਜ਼ਿਆਦਾ ਭੋਲੇ ਹੈ। ਤੇ ਜਿਵੇਂ ਜਿਵੇਂ ਆਪਾਂ ਮੈਟਰੋ ਵੱਲ ਨੂੰ ਆਉਂਦੇ ਜਾਈਏ ਜਾਂ ਸ਼ਹਿਰਾਂ ਵੱਲ ਆਉਂਦੇ ਜਾਈਏ ਤਾਂ ਇਹ ਟੈਂਡੈਂਸੀ ਥੋੜੀ ਜਿਹੀ ਘਟ ਰਹੀ ਹੈ। ਪਰ ਮੈਂ ਇਹ ਜ਼ਰੂਰ ਕਹੂੰਗਾ ਕਿ ਜਿਸ ਤਰ੍ਹਾਂ ਦਾ ਕਲਚਰ, ਜਿਸ ਤਰ੍ਹਾਂ ਦਾ ਸੱਭਿਆਚਾਰ ਮੈਨੂੰ ਉੱਥੇ ਸਿੱਖਣ ਨੂੰ ਮੌਕਾ ਮਿਲਿਆ, ਮੈਂ ਬੜਾ ਲੱਕੀ ਫੀਲ ਕਰਦਾ, ਫੋਰਚੂਨੇਟ ਫੀਲ ਕਰਦਾ ਤੇ ਮੈਨੂੰ ਇੱਕ ਨਵੀਂ ਲੈਂਗੁਏਜ ਨਾਲ ਜੁੜਨ ਦਾ ਤੇ ਕਲਚਰ ਨਾਲ ਜੁੜਨ ਦਾ ਮੌਕਾ ਮਿਲਿਆ ਜੀ। ਦੁੱਗਲ ਸਾਹਿਬ, ਤੁਹਾਡੇ ਮਨ 'ਚ ਭਾਸ਼ਾ ਪ੍ਰਤੀ, ਸੱਭਿਆਚਾਰ ਪ੍ਰਤੀ, ਕਲਾ ਪ੍ਰਤੀ ਬੜਾ ਲਗਾਓ ਤੇ ਬੜੀ ਖਿੱਚ ਰਹੀ ਹੈ ਜੀ। ਤੇ ਤੁਸੀਂ ਹਰ ਇੱਕ ਬੰਦੇ ਨੂੰ ਬੜਾ ਉੱਥੇ ਪਿਆਰ ਨਾਲ ਮਿਲਦੇ ਸੀ। ਮੈਨੂੰ ਇੱਕ ਘਟਨਾ ਯਾਦ ਆ ਰਹੀ ਹੈ, ਇੱਕ ਮਾਈ ਆਪਣੀ ਨੂੰਹ ਦੇ ਨਾਲ ਦਫ਼ਤਰ 'ਚ ਆਈ ਤੇ ਉਹਨੇ ਆ ਕੇ ਤੁਹਾਨੂੰ ਇੱਕ ਰਿਕੁਐਸਟ ਕੀਤੀ, ਤੁਸੀਂ ਬਾਅਦ 'ਚ ਮੈਨੂੰ, ਤੁਸੀਂ ਤੇਲਗੂ 'ਚ ਗੱਲ ਕੀਤੀ, ਬਾਅਦ 'ਚ ਲੱਥਾ ਕਰਕੇ ਮੈਨੂੰ ਦੱਸਿਆ ਤੇ ਸਾਡੇ ਦਰਸ਼ਕਾਂ ਨੂੰ ਵੀ ਦੱਸੋ। ਦੇਖੋ, ਅਲੱਗ-ਅਲੱਗ ਸ਼ਿਕਾਇਤਾਂ ਆਉਂਦੀਆਂ ਰਹਿੰਦੀਆਂ ਹੈਗੀਆਂ। ਉਹਦੇ 'ਚ ਕਈ ਸ਼ਿਕਾਇਤਾਂ ਘਰੇਲੂ ਹੁੰਦੀਆਂ, ਫੈਮਿਲੀ ਦੇ ਨਾਲ ਜੁੜੀਆਂ ਹੁੰਦੀਆਂ। ਜ਼ਿਆਦਾਤਰ ਮਸਲੇ ਲੈਂਡ ਰਿਲੇਟਡ ਹੁੰਦੇ ਆ। ਆਪਾਂ ਜੇ ਗੱਲ ਕਰੀਏ ਆਂਧਰਾ ਪ੍ਰਦੇਸ਼, ਤੇਲੰਗਾਨਾ ਦੀ, ਮੇਰਾ ਐਕਸਪੀਰੀਅੰਸ ਇਹ ਰਿਹਾ ਕਿ ਕਾਸਟ ਬੇਸਡ ਮਸਲੇ ਬਹੁਤ ਜ਼ਿਆਦਾ ਹੁੰਦੇ ਆ। ਕਾਸਟ ਬੇਸਡ ਜਿਹੜੀਆਂ ਲੜਾਈਆਂ ਵੀ ਬੜੀਆਂ ਹੁੰਦੀਆਂ, ਪੋਲੀਟਿਕਸ ਵੀ ਕਾਸਟ ਬੇਸਡ ਹੁੰਦੀ ਹੈ, ਉਹ ਹਰ ਥਾਂ 'ਤੇ ਹੀ ਹੁੰਦੀ ਹੈ। ਪਰ ਜਿੰਨੇ ਮਸਲੇ ਤੁਸੀਂ ਆਫਿਸ ਦੇ ਵਿੱਚ ਸੁਲਝਾ ਸਕਦੇ ਹੋ ਉਨਾ ਹੀ ਚੰਗਾ ਹੈ। ਤਾਂ ਮੈਂ ਇਹ ਦੇਖਿਆ ਕਿ ਲੋਕਾਂ ਦਾ ਜਿਹੜਾ ਰਵੱਈਆ ਉੱਥੇ ਸੀ, ਜ਼ਿਆਦਾਤਰ ਉਹ ਬੜੇ ਰਿਸੈਪਟਿਵ ਸੀਗੇ, ਬਹੁਤ ਹੀ ਰਿਸੈਪਟਿਵ ਹੁੰਦੇ ਆ। ਜੇ ਐਸਐਸਪੀ ਸਾਹਿਬ ਗੱਲ ਕਹਿ ਰਹੇ ਹੈ, ਉਹਨੂੰ ਬੜੀ ਧਿਆਨ ਨਾਲ ਸੁਣ ਕੇ ਦੋਨੇ ਪਾਰਟੀਆਂ ਬੜੇ ਚੰਗੇ ਢੰਗ ਨਾਲ ਮੰਨ ਕੇ ਜਾਂਦੀਆਂ ਹੈਗੀਆਂ। ਕਈ ਏਰੀਆ ਦੇ ਵਿੱਚ ਦੇਖਣ ਨੂੰ ਮਿਲਿਆ ਕਿ ਰਾਊਡਿਜ਼ਮ ਬਹੁਤ ਜ਼ਿਆਦਾ ਹੈਗੀ ਹੈ ਤੇ ਕਈ ਜਗ੍ਹਾ ਤੇ ਫੈਕਸ਼ਨਿਜ਼ਮ ਬਹੁਤ ਜ਼ਿਆਦਾ ਹੈਗੀ ਹੈ। ਇੱਕੇ ਪਾਰਟੀ ਦੇ ਵਿੱਚ ਜਾਂ ਇੱਕੇ ਘਰ ਦੇ ਵਿੱਚ ਫੈਕਸ਼ਨ ਬਣੇ ਹੋਏ ਹੈ ਕਿ ਅਸੀਂ ਜੀ ਜਿਵੇਂ ਆਨਰ ਕਿਲਿੰਗ ਹੁੰਦੀ ਹੈ, ਅਸੀਂ ਤੁਹਾਡਾ ਬੰਦਾ ਮਾਰਨਾ ਹੀ ਮਾਰਨਾ। ਉਹ ਟੈਂਡੈਂਸੀਜ਼ ਸੀਗੀਆਂ ਅੱਜ ਤੋਂ 20 ਸਾਲ ਪਹਿਲਾਂ ਵੀ ਬਹੁਤ ਜ਼ਿਆਦਾ ਟੈਂਡੈਂਸੀ ਸੀ। ਹੁਣ ਜਿਵੇਂ ਮੈਂ ਫਿਰ ਉੱਥੇ ਹੀ ਆਊਂਗਾ, ਜਦੋਂ ਦਾ ਮੈਟਰੋ ਵੱਲ ਨੂੰ ਰੁਕ ਗਿਆ ਉਸ ਤੋਂ ਬਾਅਦ ਇਹ ਟੈਂਡੈਂਸੀਜ਼ ਘਟੀਆਂ ਹੈਗੀਆਂ। ਇਸ ਤਰ੍ਹਾਂ ਦੀਆਂ ਘਟਨਾਵਾਂ ਬਹੁਤ ਜ਼ਿਆਦਾ ਘਟੀਆਂ ਹੈਗੀਆਂ। ਤੁਸੀਂ ਪੰਜਾਬ ਆ ਗਏ ਡੈਪੂਟੇਸ਼ਨ ਤੇ, ਮਨ 'ਚ ਇੱਕ ਚਾਹਤ ਹੁੰਦੀ ਹੈ ਕਿ ਜਿੱਥੇ ਮੈਂ ਜੰਮਿਆ ਪਲਿਆ ਉਸ ਧਰਤੀ ਤੇ ਵੀ ਸੇਵਾ ਕਰਾਂ। ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਧਰਤੀ ਤੇ ਤੁਹਾਨੂੰ ਐਸਐਸਪੀ ਦਿਹਾਤੀ ਲੱਗਣ ਦਾ ਸੁਭਾਗ ਸਮਾਂ ਮਿਲਿਆ। ਅੱਜ ਕੱਲ੍ਹ ਤੁਸੀਂ ਪਟਿਆਲੇ ਹੈ, ਕੀ ਮਹਿਸੂਸ ਕਰਦੇ ਆ ਫਰਕ? ਦੇਖੋ, ਮੈਂ ਇਹ ਜ਼ਰੂਰ ਕਹਿਣਾ ਚਾਹੂੰਗਾ ਕਿ ਪੰਜਾਬ ਇੱਕ ਬਾਰਡਰ ਸਟੇਟ ਹੈਗੀ। 500 ਤੋਂ ਵੀ ਵੱਧ ਕਿਲੋਮੀਟਰ ਦਾ ਜਿਹੜਾ ਬਾਰਡਰ ਹੈ ਉਹ ਇੱਕ ਹੌਸਟਾਈਲ ਜਿਹੜਾ ਆਪਣਾ ਗੁਆਂਢੀ ਹੈ ਉਹਦੇ ਨਾਲ ਲੱਗਦਾ ਹੈਗਾ। ਉਹਦੇ ਕਰਕੇ ਇਸ ਸਟੇਟ ਦੀਆਂ ਜਿਹੜੀਆਂ ਸਮੱਸਿਆਵਾਂ ਉਹ ਬੜੀਆਂ ਪੇਚਦਾਰ ਹੋ ਜਾਂਦੀਆਂ। ਜੇ ਮੈਂ ਅੰਮ੍ਰਿਤਸਰ ਦਿਹਾਤੀ ਦੀ ਗੱਲ ਕਰਾਂ ਤਾਂ ਉਸ ਡਿਸਟ੍ਰਿਕਟ ਦੇ ਵਿੱਚ 100 ਤੋਂ ਵੱਧ ਦਾ ਜਿਹੜਾ ਬਾਰਡਰ ਹੈ ਪਾਕਿਸਤਾਨ ਦੇ ਨਾਲ ਲੱਗਦਾ। ਇਹਨਾਂ ਸਾਰੀਆਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਜੇ ਆਪਾਂ ਗੱਲ ਕਰੀਏ, ਭਾਵੇਂ ਡਰੱਗਸ ਦਾ ਮੁੱਦਾ ਹੋਵੇ, ਭਾਵੇਂ ਕ੍ਰਾਈਮ ਦਾ, ਰੈਡੀਕਲਸ ਦਾ ਮੁੱਦਾ ਹੋਵੇ, ਟੈਰਰਿਜ਼ਮ ਦਾ ਮੁੱਦਾ ਹੋਵੇ, ਬੜੀਆਂ ਕੰਪਲਿਕੇਟਡ ਜੀਆਂ ਚੀਜ਼ਾਂ ਬਣ ਜਾਂਦੀਆਂ। ਬਾਰਡਰ ਡਿਸਟ੍ਰਿਕਟ ਦਾ ਇੱਕ ਨਵਾਂ ਐਕਸਪੋਜ਼ਰ ਸੀ। ਉਦੋਂ ਪਹਿਲਾਂ ਤੇਲੰਗਾਨਾ ਏਪੀ ਦਾ ਬਿਲਕੁਲ ਅਲੱਗ ਐਕਸਪੋਜ਼ਰ ਸੀ। ਉੱਥੇ ਕੋਸਟ ਦਾ ਵੀ ਐਕਸਪੋਜ਼ਰ ਸੀ। ਜੇ ਆਪਾਂ ਵਿਸ਼ਾਖਾਪਟਨਮ ਦੀ ਗੱਲ ਕਰੀਏ, ਉੱਥੇ ਮਾਈਨਿੰਗ ਦਾ, ਕੋਲ ਮਾਈਨਿੰਗ ਦਾ ਵੀ ਐਕਸਪੋਜ਼ਰ ਸੀ। ਉੱਥੋਂ ਦੇ ਅਲੱਗ ਮਸਲੇ ਹੁੰਦੇ ਆ। ਕਈ ਮਸਲੇ ਉੱਥੇ ਨਹੀਂ ਸੀ, ਕਈ ਮਸਲੇ ਇੱਥੇ ਨਹੀਂ ਹੈ। ਇੱਥੋਂ ਦੀ ਪੁਲਿਸਿੰਗ
ਮਸਲਿਆਂ ਦੇ ਆਧਾਰ ਤੇ ਕਿਸੇ ਵੀ ਜਗ੍ਹਾ ਦੀ ਪੁਲਿਸਿੰਗ ਮਸਲਿਆਂ ਦੇ ਆਧਾਰ ਤੇ ਕੰਮ ਕਰਦੀ ਹੈ। ਇੱਥੇ ਨਵਾਂ ਐਕਸਪੋਜ਼ਰ ਹੈ ਜੀ। ਚਲੋ ਅਤੇ ਆਖਰੀ ਸਵਾਲ ਹੈ ਕਿ ਤੁਹਾਨੂੰ ਲਿਖਤਾਂ ਪੜ੍ਹਨ ਦਾ, ਕਿਤਾਬਾਂ ਪੜ੍ਹਨ ਦਾ ਬੜਾ ਚਾਅ ਰਹਿੰਦਾ ਤੇ ਤੁਸੀਂ ਪੰਜਾਬੀ ਟ੍ਰਿਬਿਊਨ, ਜਾਗਰਣ, ਜਗਬਾਣੀ ਬੜੇ ਸੋਹਣੇ ਸੋਹਣੇ ਲੇਖ ਲਿਖੇ। ਇਹ ਜਿਹੜਾ ਸੀ ਇਹ ਬਚਪਨ ਤੋਂ ਤੁਹਾਨੂੰ ਲਗਾਓ ਸੀ ਜਾਂ ਲਿਟਰੇਚਰ ਨਾਲ ਜਾਂ ਕਲਾਵਾਂ ਨਾਲ? ਲਿਟਰੇਚਰ ਨਾਲ ਮੈਨੂੰ ਲਗਾਓ ਰਿਹਾ ਹੈਗਾ। ਮੈਂ ਵੱਧ ਤੋਂ ਵੱਧ ਜਿੰਨਾ ਲਿਖ ਸਕਾਂ ਹੁਣ ਮੈਂ ਜ਼ਰੂਰ ਲਿਖਦਾ, ਪਰ ਯਾਰਾਂ ਦੋਸਤਾਂ ਨੇ, ਕਈਆਂ ਨੇ, ਤੁਹਾਡੇ ਵਰਗਿਆਂ ਨੇ, ਬਹੁਤ ਜ਼ਿਆਦਾ ਭਰਾਵਾਂ ਨੇ ਸਾਥ ਦਿੱਤਾ ਹੈ, ਜਿਨ੍ਹਾਂ ਕਰਕੇ ਅਸੀਂ ਲਿਖਣ ਦੀ ਕੋਸ਼ਿਸ਼ ਕੀਤੀ ਜ਼ਰੂਰ ਹੈ। ਗੱਲਾਂ ਬਾਤਾਂ ਮੁੱਕਣ 'ਚ ਨਹੀਂ ਆ ਰਹੀਆਂ, ਪਰ ਵੇਲਾ ਜਿਹੜਾ ਹੈ ਮੁੱਕ ਚੱਲਿਆ। ਪ੍ਰੋਗਰਾਮ ਕੋਲ ਬਹਿ ਕੇ ਸੁਣ ਸੱਜਣਾ ਦੇ ਵਿੱਚ ਵਿਕਰਮਜੀਤ ਦੁੱਗਲ IPS ਦੇ ਨਾਲ ਅਸੀਂ ਗੱਲਾਂ ਬਾਤਾਂ ਕੀਤੀਆਂ। ਔਰ ਦੁੱਗਲ ਸਾਹਿਬ ਤੁਹਾਡਾ ਅਸੀਂ ਧੰਨਵਾਦ ਕਰਦੇ ਹਾਂ ਕਿ ਆਪਣੇ ਕੀਮਤੀ ਵਕਤ 'ਚੋਂ ਤੁਸੀਂ ਵਕਤ ਕੱਢਿਆ, ਔਰ ਆਸ਼ਾ ਕਰਦੇ ਹਾਂ ਕਿ ਨੈਕਸਟ ਭਵਿੱਖ ਵਿੱਚ ਵੀ ਇੱਦਾਂ ਦੀਆਂ ਗੱਲਾਂ ਬਾਤਾਂ ਨਾਲ ਸਾਨੂੰ ਨਿਵਾਜਦੇ ਰਹੋਗੇ। ਬਹੁਤ ਬਹੁਤ ਧੰਨਵਾਦ ਨਿੰਦਰ ਜੀ, ਸ਼ੁਕਰੀਆ, ਸਤਿ ਸ੍ਰੀ ਅਕਾਲ।